ਅਕਾਲ। ਹਾਂਜੀ ਦੋਸਤੋ, ਅੱਜ ਆਪਾਂ ਬਹੁਤ ਵਧੀਆ ਪਿਆਰੇ ਗੀਤ ਸੁਖਵਿੰਦਰ ਹੋਣਾ ਦੇ ਸੁਣੇ ਔਰ ਸਾਡੇ ਨਾਲ ਬਹੁਤ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ। ਇਸ ਤੋਂ ਬਾਅਦ ਆਪਾਂ ਫਿਰ ਉਸੇ ਲੜੀ ਨੂੰ ਚਾਲੂ ਕਰਦੇ ਹਾਂ ਤੁਹਾਡੇ ਨਾਲ। ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰਾ ਖਾਕ ਸਾਹਿਬ, ਮੈਂ ਹਾਜ਼ਰ ਹਾਂ। 2-3 ਦਿਨ ਛੁੱਟੀ ਮਾਰ ਲਈ। ਮੈਂ ਸਮਝਦਾ ਲੋਕ ਵੀ ਬਿਜ਼ੀ ਸੀ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਤੇ ਅਸਾਂ ਵੀ ਛੁੱਟੀ ਕਰ ਲਈ। ਚਲੋ ਖੈਰ, ਅੱਜ ਫਿਰ ਅਸੀਂ ਉਸੇ ਲੜੀ ਨੂੰ ਸ਼ੁਰੂ ਕਰਦੇ ਹਾਂ। ਉਹ ਜਿਹੜੀ ਇਸ ਸਰੀਰ ਦੀ, ਇਸ ਜੀਵਨ ਦੀ ਕਥਾ ਅਸਾਂ ਸ਼ੁਰੂ ਕੀਤੀ ਹੋਈ ਹੈ, ਅਤੇ ਅਸੀਂ ਇੰਡੋਕਰਾਈਨ ਸਿਸਟਮ 'ਤੇ ਪਹੁੰਚ ਗਏ ਸਾਂ। ਔਰ ਇੰਡੋਕਰਾਈਨ ਸਿਸਟਮ ਦੇ ਵਿੱਚ ਤਕਰੀਬਨ 2 ਲੈਕਚਰ ਹੋ ਚੁੱਕੇ ਆ, ਪਰ ਕਿਉਂਕਿ 2-3 ਦਿਨ ਪੈ ਗਏ ਨੇ, ਇਸ ਕਰਕੇ ਮੈਂ ਉਸ ਨੂੰ ਫਿਰ ਥੋੜ੍ਹਾ ਜਿਹਾ ਰਿਵਾਈਜ਼ ਕਰਕੇ ਤੇ ਅੱਗੇ ਆਪਾਂ ਤੁਰਦੇ ਹਾਂ। ਵੀ ਇੰਡੋਕਰਾਈਨ ਸਿਸਟਮ ਇੱਕ ਇਸ ਤਰ੍ਹਾਂ ਦਾ ਸਿਸਟਮ ਆ ਵੀ ਜਿਵੇਂ ਬਾਕੀ ਸਾਰਾ ਕੁਝ ਤੁਹਾਡੇ ਕੋਲ ਹੈਗਾ, ਚੁੱਲ੍ਹਾ ਵੀ ਹੈਗਾ, ਲੱਕੜਾਂ ਵੀ ਹੈਗੀਆਂ ਨੇ, ਅਤੇ ਹੁਣ ਮਾਚਿਸ ਹੈ ਨਹੀਂ, ਤੀਲੀ ਹੈ ਨਹੀਂ ਉਹਨੂੰ ਲਾਉਣ ਵਾਸਤੇ, ਅਤੇ ਫਿਰ ਉਹ ਸਾਰਾ ਕੁਝ ਉੱਥੇ ਪਿਆ ਰਹੂਗਾ। ਇਹ ਇਸ ਤਰ੍ਹਾਂ ਦਾ ਸਿਸਟਮ ਆ ਜਿਹੜਾ ਬਾਕੀ ਸਾਰੇ ਅੰਗ ਆਪੋ ਆਪਣੀ ਥਾਂ 'ਤੇ ਹੁੰਦੇ ਆ, ਪਰ ਉਹਨਾਂ ਨੂੰ ਅੱਗ ਲਾਉਣ ਵਾਲਾ ਅਤੇ ਚਲਾਉਣ ਵਾਲਾ ਸਿਸਟਮ ਜਿਹੜਾ ਆ ਉਹ ਇਹ ਹੈ। ਔਰ ਅਗਰ ਇਹਨੇ ਨਾ ਚਲਾਇਆ ਤੇ ਅਸੀਂ ਚੁੱਲ੍ਹੇ ਦੇ ਉੱਪਰ ਦਾਲ ਧਰੀ ਹੋਈ ਹੈ, ਤੇ ਜਦੋਂ ਵੀ ਹੱਥ ਲਾ ਕੇ ਵੇਖਾਂਗੇ ਦਾਲ ਉਹੋ ਜਿਹੀ ਹੋਊਗੀ, ਕੱਚੀ ਹੋਊਗੀ, ਪੱਕਣੀ ਰਿਝਣੀ ਨਹੀਂ, ਕਿਉਂਕਿ ਅੱਗ ਹੀ ਨਹੀਂ ਬਲੀ। ਇਸੇ ਤਰ੍ਹਾਂ ਹੀ ਜਿਹੜੇ ਵੀ ਇਸ ਗਲੈਂਡ ਦੇ, ਇਹਨਾਂ ਦੇ ਇੰਡੋਕਰਾਈਨ ਗਲੈਂਡਸ ਦੇ ਕੰਮ ਹੈਗੇ ਨੇ, ਉਹ ਆਪਣਾ ਕੰਮ ਹਰੇਕ ਅੰਗ ਦੇ ਵਿੱਚ ਜਾ ਕੇ ਕਰਦੇ ਨੇ, ਉਹਨਾਂ ਨੂੰ ਸਟਿਮੂਲੇਟ ਕਰਦੇ ਨੇ, ਜਗਾਉਂਦੇ ਨੇ ਵੀ ਤੁਸੀਂ ਆਹ ਕੰਮ ਆਪਣਾ ਕਰੋ। ਪਰ ਜੇ ਉਹ ਕੰਮ ਨਾਰਮਲ ਨਹੀਂ ਹੁੰਦਾ, ਮੰਨ ਲਿਆ ਜਾ ਫਾਰ ਐਗਜ਼ਾਮਪਲ ਕੋਈ ਗਲੈਂਡ ਹੈ ਅਤੇ ਉਹ ਇਸ ਨੂੰ ਕਹਿ ਰਿਹਾ ਵੀ ਜਿਹੜਾ ਲੂਣ ਆ ਰਿਹਾ ਨਾ ਖੁਰਾਕ ਦੇ ਵਿੱਚ, ਉਸ ਨੂੰ ਤੁਸੀਂ ਹਜ਼ਮ ਕਰਨਾ ਆ ਅਤੇ ਸਹੀ ਤਰੀਕੇ 'ਤੇ ਸਹੀ ਥਾਂ 'ਤੇ ਪਹੁੰਚਾਉਣਾ ਆ। ਲੇਕਿਨ ਅਡਰੇਨਾਲਿਨ ਉਹ ਜਿਹੜਾ ਕੰਮ ਹੈਗਾ ਆ ਇੰਡੋਕਰਾਈਨ ਗਲੈਂਡਸ ਦਾ, ਉਹ ਹੋਇਆ ਹੀ ਨਹੀਂ, ਅਤੇ ਫਿਰ ਲੂਣ ਜਿੱਥੇ ਪਿਆ ਹੈ ਉੱਥੇ ਹੀ ਪਿਆ ਰਹੂਗਾ, ਥਾਂ 'ਤੇ ਨਹੀਂ ਜਾਏਗਾ। ਅਤੇ ਲੂਣ ਘੱਟ ਹੋਣ ਦੀਆਂ ਨਿਸ਼ਾਨੀਆਂ ਸਾਡੀਆਂ ਉਂਗਲਾਂ ਦੇ ਵਿੱਚ, ਸਾਡੀਆਂ ਅੱਖਾਂ ਦੇ ਵਿੱਚ, ਸਾਡੇ ਮੂੰਹ ਦੇ ਵਿੱਚ ਦਿਸਣੀਆਂ ਸ਼ੁਰੂ ਹੋ ਜਾਣੀਆਂ। ਇਸੇ ਤਰ੍ਹਾਂ ਹੀ ਜਿਵੇਂ ਆ ਓਸਟੀਓਆਰਥਰਾਈਟਿਸ ਵਗੈਰਾ ਹੋ ਜਾਂਦਾ, ਬੀਬੀਆਂ ਮਾਈਆਂ ਨੂੰ, ਬੰਦਿਆਂ ਨੂੰ ਵੀ ਹੁੰਦਾ ਹੀ ਹੈ ਓਸਟੀਓਆਰਥਰਾਈਟਿਸ। ਓਸਟੀਓਪਰੋਸਿਸ ਹੁੰਦਾ ਆ, ਜਿੱਥੇ ਕੈਲਸ਼ੀਅਮ ਵਗੈਰਾ ਸਾਰਾ ਨਾਰਮਲ ਨਹੀਂ ਜਾਂਦਾ। ਖੁਰਾਕ ਤਾਂ ਉਹੀ ਖਾ ਰਹੇ ਹੁੰਦੇ ਨੇ ਲੋਕ ਜਿਹੜੀ ਪਹਿਲਾਂ ਖਾ ਰਹੇ ਸੀ, ਪਰ ਓਸਟੀਓਪਰੋਸਿਸ ਕਿਉਂ ਹੋਣ ਲੱਗ ਜਾਂਦਾ? ਹੱਡੀਆਂ ਖੁਰਨ ਕਿਉਂ ਲੱਗ ਜਾਂਦੀਆਂ ਨੇ? ਜਿਵੇਂ ਘੁਣ ਲੱਗ ਜਾਂਦਾ ਹੈ ਨਾ ਲੱਕੜੀ ਨੂੰ, ਉਹਨੂੰ ਕਹਿੰਦੇ ਓਸਟੀਓਪਰੋਸਿਸ। ਅਸੀਂ ਆਵਾਂਗੇ ਉਹਦੇ ਉੱਪਰ ਵੀ। ਸੋ ਓਸਟੀਓਪਰੋਸਿਸ ਦੇ ਹਾਲਾਤ ਵਿੱਚ ਜਿੰਨਾ ਵੀ ਕੈਲਸ਼ੀਅਮ, ਜਿੰਨਾ ਵੀ ਪੋਟਾਸ਼ੀਅਮ ਜਿਸ ਥਾਂ 'ਤੇ ਜਾਣਾ ਚਾਹੀਦਾ ਸੀ, ਉਹ ਉਸ ਥਾਂ 'ਤੇ ਨਹੀਂ ਜਾ ਰਿਹਾ। ਕਿਉਂਕਿ ਜੇ ਇਹਨੂੰ ਭੇਜਣ ਵਾਲਾ ਜਿਹੜਾ ਕੰਮ ਸੀ, ਜਿਹਨੂੰ ਸਟਿਮੂਲੇਟ ਕਰਨ ਵਾਲਾ ਕੰਮ ਸੀ, ਉਹ ਸੀ ਇੰਡੋਕਰਾਈਨ ਗਲੈਂਡਸ ਦਾ। ਪੈਰਾਥਾਇਰੋਇਡ ਗਲੈਂਡ ਦੀ ਗੱਲ ਅਸੀਂ ਕੀਤੀ ਸੀਗੀ, ਅਤੇ ਉਹ ਇਹਦਾ ਕੰਮ ਸੀਗਾ। ਪਰ ਜੇ ਉਹ ਆਪਣਾ ਕੰਮ ਨਹੀਂ ਕਰ ਸਕਿਆ, ਤੇ ਇਹਦਾ ਮਤਲਬ ਇਹ ਆ ਵੀ ਕੈਲਸ਼ੀਅਮ ਜੇ ਤੁਸੀਂ ਖਾਧਾ ਵੀ ਆ, ਜੇ ਤੁਸੀਂ ਦੁੱਧ ਵੀ ਪੀਤਾ ਆ, ਕੁਛ ਵੀ ਕੀਤਾ ਆ, ਡਾਕਟਰ ਕਹਿੰਦੇ ਨੇ ਜੀ ਤੇਰੇ ਆਹ ਕਮੀ, ਤੂੰ ਇਹ ਖਾ ਲਾ, ਤੂੰ ਇਹ ਖਾ ਲਾ। ਸਪਲੀਮੈਂਟੇਸ਼ਨ ਕਿਸੇ ਚੀਜ਼ ਦੀ ਇੱਕ ਵੱਖਰੀ ਗੱਲ ਆ। ਆਪਾਂ ਇਹ ਕਈ ਵਾਰ ਐਗਜ਼ਾਮਪਲ ਵੇਲਣੇ ਦੀ ਦੇ ਚੁੱਕੇ ਹਾਂ ਵੀ ਜੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਹੋਵੇ, ਜੇ ਵੇਲਣਾ ਸਹੀ ਨਹੀਂ ਤੇ ਉਹਦੇ ਵਿੱਚੋਂ ਰਸ ਪੂਰਾ ਨਿਕਲਣਾ ਨਹੀਂ। ਖੁਰਾਕ ਅਸੀਂ ਉਹੀ ਖਾ ਰਹੇ ਹਾਂ, ਪਰ ਖੁਰਾਕ ਖਾਣ ਦੇ ਬਾਵਜੂਦ ਵੀ ਸਾਡੇ ਸਰੀਰ ਵਿੱਚ ਕਮੀਆਂ ਕਿਉਂ ਪੈਦਾ ਹੋ ਰਹੀਆਂ ਨੇ? ਇਹ ਵੱਡੀ ਨਿਸ਼ਾਨੀ ਹੈ ਇੰਡੋਕਰਾਈਨ ਗਲੈਂਡਸ ਦੀ ਕਮੀ ਪੇਸ਼ੀ ਦੀ, ਕਿ ਜਿਹੜੀ ਤੁਸੀਂ ਖੁਰਾਕ ਖਾ ਰਹੇ ਹੋ, ਜਿਹੜੇ ਉਹਦੇ ਵਿੱਚ ਤੱਤ, ਕਾਰਬੋਹਾਈਡਰੇਟਸ, ਫੈਟ, ਮਿਨਰਲਸ ਵਗੈਰਾ, ਕੈਲਸ਼ੀਅਮ ਵਗੈਰਾ, ਪੋਟਾਸ਼ੀਅਮ ਵਗੈਰਾ, ਜੋ ਵੀ ਜਾਣਾ ਚਾਹੀਦਾ ਸੀ, ਜਿੱਥੇ ਜਾਣਾ ਚਾਹੀਦਾ ਸੀ, ਉਹ ਜਾ ਨਹੀਂ ਰਿਹਾ। ਔਰ ਜਿਨ੍ਹਾਂ ਅੰਗਾਂ ਨੇ ਇਸ ਨੂੰ ਪਹੁੰਚਾਉਣਾ ਸੀ, ਉਹਨਾਂ ਨੂੰ ਸਟਿਮੂਲੇਟ ਕਰਨ ਵਾਲਾ ਸਾਡਾ ਇਹ ਜਿਹੜਾ ਇੰਡੋਕਰਾਈਨ ਸਿਸਟਮ ਹੈ, ਉਹ ਕੰਮ ਨਹੀਂ ਕਰ ਰਿਹਾ। ਸੋ ਇਹਦਾ ਭਾਵ ਕੀ ਹੋਇਆ ਕਿ ਮੁੱਢਲਾ ਕੰਮ ਸਾਰਾ ਕੁਝ ਧਰਿਆ ਧਰਾਇਆ ਉੱਥੇ ਹੀ ਰਹਿ ਜਾਂਦਾ। ਜਦ ਤੁਸੀਂ ਸਵਿੱਚ ਨਹੀਂ ਦੱਬਿਆ ਤੇ ਤਦ ਤੱਕ ਬਿਜਲੀ ਜਗਣੀ ਹੀ ਨਹੀਂ।
ਸੋ ਐਡਾ ਵੱਡਾ ਕੰਮ ਹੈ ਇਹ ਇੰਡੋਕਰਾਈਨ ਗਲੈਂਡ ਦਾ। ਸਾਰੇ ਸਰੀਰ ਦੇ ਵਿੱਚ ਫੈਲੇ ਹੋਏ ਨੇ ਔਰ ਸਿਰ ਤੋਂ ਲੈ ਕੇ ਹੇਠਾਂ ਪੇਟ ਤੱਕ ਜਿੰਨੇ ਵੀ ਅੰਗ ਸੀ ਅਸੀਂ ਉਹਨਾਂ ਦੀ ਵਾਰ-ਵਾਰ ਡਿਸਕ੍ਰਿਪਸ਼ਨ ਸਾਰੇ ਦੇ ਚੁੱਕੇ ਹਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ। ਜਿਵੇਂ ਬ੍ਰੇਨ ਦੇ ਵਿੱਚ ਅਸੀਂ ਆਖਿਆ ਸੀ ਹਾਈਪੋਥੈਲਮਸ, ਅਸਲ ਦੇ ਵਿੱਚ ਜਿਹੜਾ ਪਹਿਲਾ ਇੰਜਨ ਹੈ ਜਿਹੜਾ ਇੰਡੋਕਰਾਈਨ ਗਲੈਂਡ ਨੂੰ ਸਟਿਮੂਲੇਟ ਕਰਦਾ ਆ ਉਹਦਾ ਨਾਂ ਹੈ ਹਾਈਪੋਥੈਲਮਸ। ਔਰ ਇਹ ਸਾਰੇ ਇੰਡੋਕਰਾਈਨ ਸਿਸਟਮ ਨੂੰ ਕੰਟਰੋਲ ਕਰਦਾ, ਪਰ ਕਰਦਾ ਕਿਹਦੇ ਰਾਹੀਂ ਹੈ? ਪਿਚੁਇਟਰੀ ਗਲੈਂਡ ਦੇ ਰਾਹੀਂ। ਦੂਸਰਾ ਜਿਹੜਾ ਗਲੈਂਡ ਆ ਉਹ ਪਿਚੁਇਟਰੀ ਗਲੈਂਡ ਆ ਜਿਹੜਾ ਹਾਈਪੋਥੈਲਮਸ ਦੇ ਰਾਹੀਂ ਸਟਿਮੂਲੇਟ ਹੁੰਦਾ ਆ। ਔਰ ਉਸ ਤੋਂ ਬਾਅਦ ਪੀਨੀਅਲ ਗਲੈਂਡ ਜਿਹੜਾ ਹੈ ਕੱਲ ਪਰਸੋਂ ਇੱਕ ਫੇਸਬੁੱਕ ਤੇ ਮੈਨੂੰ ਸਵਾਲ ਵੀ ਕਿਸੇ ਨੇ ਪੁੱਛਿਆ ਗਿਆ ਸੀ ਤੇ ਮੈਂ ਫੇਸਬੁੱਕ ਤੇ ਉਹਦੀ ਬੜੀ ਡਿਟੇਲ ਪਾ ਦਿੱਤੀ ਸੀ ਬਈ ਪੀਨੀਅਲ ਗਲੈਂਡ ਹੈ ਕੀ, ਕਿੱਥੇ ਹੈਗਾ ਆ ਔਰ ਇਹਦਾ ਅਸਲ ਫੰਕਸ਼ਨ ਕੀ ਹੈਗਾ ਆ। ਉਹ ਸਾਰੀ ਡਿਟੇਲ ਮੇਰੇ ਖਿਆਲ ਆਪਣੇ ਪਾਠਕ ਵੀ ਜਿਹੜੇ ਨੇ ਅਗਰ ਜਾਣਗੇ, ਜਦੋਂ ਸਾਡੀ ਵਾਰੀ ਆਏਗੀ ਅਸੀਂ ਉਹਦੀ ਗੱਲ ਕਰਨੀ ਹੈ, ਪਰ ਉਹ ਫੇਸਬੁੱਕ ਤੋਂ ਜਾ ਕੇ ਵੀ ਪੜ੍ਹ ਸਕਦੇ ਨੇ ਕਿ ਪੀਨੀਅਲ ਗਲੈਂਡ ਜਿਹੜਾ ਆ ਉਹ ਰੈਸਟ ਦਿਵਾਉਣ ਵਾਲਾ ਗਲੈਂਡ ਹੈ। ਸਾਡਾ ਸਰੀਰ ਨੂੰ, ਸਾਰੇ ਸਿਸਟਮਾਂ ਨੂੰ ਰੈਸਟ ਦਿਵਾਉਣ ਵਾਲਾ ਜਿਹੜਾ ਕੰਮ ਆ ਉਹ ਇਹਦੀ ਜ਼ਿੰਮੇਵਾਰੀ ਹੈ। ਕੰਮ ਕਰੋ ਆਪਣਾ, ਪਰ ਕੰਮ ਕਰਦਿਆਂ ਕਰਦਿਆਂ ਰੈਸਟ ਜ਼ਰੂਰ ਹੈ, ਆਰਾਮ ਚਾਹੀਦਾ। ਅਸੀਂ ਵੀ 2-3 ਦਿਨ ਆਰਾਮ ਕਰ ਲਿਆ। ਸੋ ਪੀਨੀਅਲ ਗਲੈਂਡ ਦਾ ਕੰਮ ਹੈ ਸਰੀਰ ਨੂੰ ਰੈਸਟ ਦਿਵਾਉਣਾ। ਔਰ ਰੈਸਟ ਇਹ ਕਿਵੇਂ ਦਿਵਾਉਂਦਾ ਆ? ਇਹ ਹਾਰਮੋਨਸ ਜਿੰਨੇ ਵੀ ਇੰਡੋਕਰਾਈਨ ਗਲੈਂਡਸ ਨੇ ਜੋ ਕੁਝ ਉਹ ਬਣਾਉਂਦੇ ਨੇ, ਜੋ ਪਕਾਉਂਦੇ ਨੇ ਆਪਣੇ ਹੋਟਲ ਦੇ ਵਿੱਚ, ਉਹਦਾ ਨਾਂ ਹੈ ਹਾਰਮੋਨਸ। ਜੋ ਕੁਝ ਇਹਨਾਂ ਕੋਲੇ ਪੱਕਦਾ ਹੈ, ਬਣਦਾ ਹੈ, ਉਹਨੂੰ ਹਾਰਮੋਨਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਹੀ ਪਿਚੁਇਟਰੀ ਗਲੈਂਡ ਤੇ ਤਾਂ ਬਹੁਤ ਸਾਰੇ ਹਾਰਮੋਨ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਡਿਸਕਸ ਕਰਨਾ ਹੈਗਾ ਆ। ਪੀਨੀਅਲ ਗਲੈਂਡ ਜਿਹੜਾ ਹੈਗਾ ਆ ਇਹਦਾ ਹਾਰਮੋਨ ਹੈ ਮੈਲਾਟੋਨਿਨ। ਆਮ ਬਾਜ਼ਾਰਾਂ ਦੇ ਵਿੱਚ ਬਹੁਤ ਮਿਲਦਾ ਹੈ, ਸ਼ੀਸ਼ੀਆਂ ਪਈਆਂ ਹੁੰਦੀਆਂ ਨੇ ਗੋਲੀਆਂ ਦੀ, ਨਿੱਕੀਆਂ ਨਿੱਕੀਆਂ ਗੋਲੀਆਂ ਦੀਆਂ। ਮੈਲਾਟੋਨਿਨ, ਜੇ ਨੀਂਦ ਨਹੀਂ ਆਉਂਦੀ ਤੇ ਗੋਲੀ ਲੈ ਲਓ ਜੀ। ਤੇ ਕਿਹੜੀ ਗੋਲੀ ਲੈ ਲਓ? ਜਿਹਦੇ 'ਚ ਮੈਲਾਟੋਨਿਨ ਹੈ। ਵੈਸੇ ਅਲੱਗ-ਅਲੱਗ ਪੈਥੀਆਂ ਦੇ, ਅਲੱਗ-ਅਲੱਗ ਸਿਸਟਮਾਂ ਦੇ ਅਲੱਗ-ਅਲੱਗ ਡਰੱਗ ਤਿਆਰ ਕੀਤੇ ਹੋਏ ਨੇ। ਜਿਵੇਂ ਅਸੀਂ ਹੋਮਿਓਪੈਥਿਕ ਤੌਰ ਤੇ ਪੈਸੀਫਲੋਰਾ ਦਿੰਦੇ ਹਾਂ, ਜੇ ਨੀਂਦ ਨਹੀਂ ਆਉਂਦੀ ਤੇ ਪੈਸੀਫਲੋਰਾ ਲੈ ਲਓ। ਹਾਂਜੀ, ਇਸੇ ਤਰ੍ਹਾਂ ਐਲੋਪੈਥਿਕ ਵਾਲੇ ਜਿਹੜੇ ਨੇ ਉਹਨਾਂ ਦੇ ਵੀ ਆਪਣੇ ਹੋਰ ਬਹੁਤ ਸਾਰੇ ਡਰੱਗ ਬਣੇ ਨੇ। ਪਰ ਜੇ ਕੋਈ ਇੰਡੋਕਰਾਈਨੋਲੋਜੀ, ਹਾਲਾਂਕਿ ਇੰਡੋਕਰਾਈਨੋਲੋਜੀ ਸਿਰਫ 1 ਸਦੀ ਪੁਰਾਣੀ ਸਿਸਟਮ ਆ, ਸਾਨੂੰ 1 ਸਦੀ ਹੋ ਗਈ ਹੈ ਜਿਹੜੀ ਆਮ ਮੈਡੀਕਲ ਸਾਇੰਸ ਦੇ ਵਿੱਚ ਇਸ ਚੀਜ਼ ਦਾ ਬਿਊਰਾ ਆਇਆ ਤੇ ਅਸੀਂ ਆਮ ਸਟੂਡੈਂਟ ਨੂੰ ਪੜ੍ਹਾਉਣ ਲੱਗ ਗਏ ਤੇ ਪੜ੍ਹਨ ਲੱਗ ਗਏ, ਜਾਣਨ ਲੱਗ ਗਏ ਵੀ ਇਹ ਵੀ ਇੱਕ ਵੱਖਰਾ ਸਿਸਟਮ ਹੈ। ਇਹਦੇ ਬਿਨਾ ਹਾਰਟ ਉੱਥੇ ਹੀ ਖੜਾ ਰਹਿ ਜਾਂਦਾ ਹੈ, ਕਿਡਨੀ ਉੱਥੇ ਹੀ ਖੜੀ ਰਹਿ ਜਾਂਦੀ ਹੈ, ਲਿਵਰ ਉੱਥੇ ਹੀ ਖੜਾ ਰਹਿ ਜਾਂਦਾ, ਆਪਣਾ ਕੰਮ ਨਹੀਂ ਕਰਦੇ। ਸੋ ਮੈਂ ਪੀਨੀਅਲ ਗਲੈਂਡ ਦੀ ਗੱਲ ਕਰ ਰਿਹਾ ਕਿ ਇਹ ਮੈਲਾਟੋਨਿਨ ਨਾਂ ਦਾ ਇੱਕ ਆਪਣਾ ਹਾਰਮੋਨ ਤਿਆਰ ਕਰਦਾ ਆ ਜਿਹਦਾ ਕੰਮ ਇਹ ਹੈ ਸਰੀਰ ਨੂੰ ਰਿਲੈਕਸ ਕਰਨਾ। ਹਾਲਾਂਕਿ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਉਹ ਇੱਕ ਵੱਖਰੀ ਹੈ ਕਿ ਨੀਂਦ ਸਾਨੂੰ ਕਦੋਂ ਆਉਂਦੀ ਹੈ? ਜਦੋਂ ਸਾਡੇ ਸਰੀਰ ਦੇ ਵਿੱਚ ਗੈਸਾਂ ਦੀ ਤੇ ਆਕਸੀਜਨ ਦੀ ਰੇਸ਼ੋ ਚੇਂਜ ਹੋ ਜਾਂਦੀ ਹੈ। ਇੱਕ ਲਿਮਿਟਡ ਰੇਸ਼ੋ ਹੈਗੀ ਹੈ, ਉਸ ਰੇਸ਼ੋ ਵਿੱਚ ਆ ਕੇ ਅਸੀਂ ਪੂਰੇ ਐਕਟਿਵ ਹੁੰਦੇ ਹਾਂ। ਔਰ ਜਦੋਂ ਉਹ ਰੇਸ਼ੋ ਘਟਦੀ ਹੈ ਤੇ ਅਸੀਂ ਸੁਸਤ ਹੁੰਦੇ ਹਾਂ। ਔਰ ਸੁਸਤੀ ਜਦੋਂ ਇੰਨੀ ਵੱਧ ਜਾਂਦੀ ਹੈ, ਸਰੀਰ ਦੇ ਵਿੱਚ ਸੈੱਲਾਂ ਦੇ ਵਿੱਚ ਆਕਸੀਜਨ ਦੀ ਮਾਤਰਾ ਘਟਦੀ ਹੈ ਤੇ ਸਾਰਾ ਸਰੀਰ ਥਕਾਵਟ ਮਹਿਸੂਸ ਕਰਦਾ ਆ। ਅਲਟੀਮੇਟਲੀ ਸਾਨੂੰ ਨੀਂਦ ਆਉਂਦੀ ਹੈ, ਅਸੀਂ ਰਿਲੈਕਸ ਹੁੰਦੇ ਹਾਂ। ਔਰ ਇਹ ਸਾਰਾ ਯੋਗਦਾਨ ਜਿਹੜਾ ਹੈ ਉਹ ਪੀਨੀਅਲ ਗਲੈਂਡ ਦਾ ਹੁੰਦਾ ਆ। ਉਸ ਤੋਂ ਬਾਅਦ ਅਸਾਂ ਗੱਲ ਕੀਤੀ ਸੀ ਵੀ ਨੈਕ ਦੇ ਵਿੱਚ ਥਾਇਰਾਇਡ ਗਲੈਂਡ ਹੈਗਾ ਆ, ਫਿਰ ਪੈਰਾਥਾਇਰਾਇਡ ਗਲੈਂਡ ਹੈਗਾ ਆ। ਔਰ ਥਾਇਰਾਇਡ ਹਾਰਮੋਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਥਾਇਰਾਇਡ ਇੰਨਾ ਜ਼ਿਆਦਾ ਐਕਟਿਵ ਹੈ ਜਿਵੇਂ ਆਮ ਤੌਰ ਤੇ ਗਵਰਨਰ ਸਟੇਟਾਂ ਦੇ ਵਿੱਚ ਐਕਟਿਵ ਹੁੰਦਾ ਆ, ਉਸ ਟਾਈਪ ਤੇ ਥਾਇਰਾਇਡ ਹਾਰਮੋਨ ਐਕਟਿਵ ਹੈ ਕਿ ਪਿਚੁਇਟਰੀ ਨੇ ਸਾਰੇ ਕੰਮ ਇਹਦੇ ਉੱਤੇ ਛੱਡ ਦੇਣੇ ਆ ਵੀ ਲੈ ਵੀ ਆ ਮੇਰੇ ਹਾਰਮੋਨ ਨੇ, ਮੈਂ ਕੰਟਰੋਲ ਰੱਖੂੰਗਾ। ਕਿਉਂਕਿ ਪਿਚੁਇਟਰੀ ਗਲੈਂਡ ਦੇ ਵਿੱਚੋਂ ਹੀ ਤਕਰੀਬਨ 12 ਡਿਫਰੈਂਟ ਹਾਰਮੋਨ ਨਿਕਲਦੇ ਨੇ। ਪੋਸਟੀਰੀਅਰ ਪਿਚੁਇਟਰੀ ਉਹਦੇ ਪਿਛਲੇ ਛੋਟਾ ਜਿਹਾ ਗਲੈਂਡ ਆ, ਛੋਟੀ ਜੀ ਮਸ਼ੀਨਰੀ ਹੈ। ਜਦੋਂ ਅਸੀਂ ਪਿਚੁਇਟਰੀ ਗਲੈਂਡ ਦੀ ਡਿਸਕ੍ਰਿਪਸ਼ਨ ਦਿਆਂਗੇ ਤੇ ਦੱਸਾਂਗੇ ਵੀ ਕਿੱਥੇ ਹੈਗਾ ਤੇ ਕਿੰਨਾ ਕੁ ਹੈਗਾ ਆ। ਔਰ ਡਰਾਮਾ ਇਹ ਕਿੱਡਾ ਵੱਡਾ ਕਰਦਾ ਆ। 12 ਟਾਈਪ ਦੇ ਡਿਫਰੈਂਟ ਹਾਰਮੋਨਸ ਇਹਦੇ ਵਿੱਚੋਂ ਨਿਕਲਦੇ ਨੇ ਜਿਹੜੇ ਐਡਰੇਨਾਲਿਨ, ਜਿਹੜੇ ਹੋਰ ਬਾਕੀ ਗਲੈਂਡਸ ਦੇ ਹਾਰਮੋਨਸ ਨੂੰ ਕੰਟਰੋਲ ਕਰਦੇ ਆ, ਵੇਖਦੇ ਨੇ। ਸੁਪਰਵਿਜ਼ਨ ਇੰਸਪੈਕਟਰ ਨੇ ਜੀ, ਟਿਕਟਾਂ ਤੇ ਕੱਟ ਦਿੱਤੀਆਂ ਕਨੈਕਟਰ ਨੇ ਤੇ ਕਿਸੇ ਦੀ ਨਹੀਂ ਕੱਟੀਆਂ, ਪੈਸੇ ਜੇਬ 'ਚ ਤਾਂ ਨਹੀਂ ਪਾ ਲਏ, ਇੰਸਪੈਕਟਰ ਆ ਗਿਆ ਉਹਨੇ ਚੈੱਕ ਕਰ ਲੈਣੀ ਹੈ। ਇਹ ਇਸ ਤਰ੍ਹਾਂ ਦਾ ਇੰਸਪੈਕਟਰ ਵਾਲਾ ਕੰਮ ਜਿਹੜਾ ਹੈ ਉਹ ਇਹ ਕਰਦਾ ਹੈ। ਔਰ ਥਾਇਰਾਇਡ ਦੀ ਆਮ ਤੌਰ ਤੇ ਜਿਹੜੀ ਪ੍ਰੋਬਲਮ ਹੈ ਵੀ ਇੰਨੇ ਸਾਰੇ ਕੰਮ ਨੇ, ਮੈਂ ਕਿਹੜਾ ਕਰਾਂ, ਰਹਿ ਹੀ ਜਾਂਦਾ ਹੈਗਾ। ਇੱਕ ਮਿਨਿਸਟਰ ਨੂੰ ਬਹੁਤੀਆਂ ਮਿਨਿਸਟਰੀਆਂ ਮਿਲ ਜਾਣ ਤੇ ਕੰਮ ਪੈਂਡਿੰਗ ਰਹਿ ਜਾਂਦੇ ਆ। ਥਾਇਰਾਇਡ ਹਾਰਮੋਨ ਦਾ ਵੀ ਇਸ ਤਰ੍ਹਾਂ ਦਾ ਹੀ ਕੰਮ ਹੈਗਾ ਆ ਵੀ ਜੇ ਸਰੀਰ ਦੇ ਵਿੱਚ ਇਹਨੂੰ
ਖੁਰਾਕ ਮਿਲਣ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਘੱਟ ਹੋ ਜਾਣ, ਸਪੈਸ਼ਲੀ ਆਇਓਡੀਨ ਵਗੈਰਾ। ਆਇਓਡੀਨ ਦੀ ਐਸੀ ਮਾਤਰਾ ਹੈਗੀ ਆ ਜਿਹੜੀ ਸਾਡੀ ਥਾਇਰਾਇਡ ਹਾਰਮੋਨ ਦੀ ਖੁਰਾਕ ਆ। ਜਦੋਂ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਵੇਲੇ ਇਹਦੇ ਕੰਮ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਨੇ। ਇਹ ਆਪ ਹੀ ਵਿਚਾਰਾ ਥੱਕਿਆ ਹੋ ਜਾਂਦਾ। ਜਦੋਂ ਇਹ ਥੱਕ ਜਾਂਦਾ ਤੇ ਫਿਰ ਇਹਦੇ ਸਾਰੇ ਕੰਮ, ਇਹਦਾ ਕੰਮ ਕੀ ਹੈ? ਸਰੀਰ ਦਾ ਮੋਟਾਪਾ ਘਟਾਉਣਾ, ਸਰੀਰ ਦਾ ਬੈਲੈਂਸ ਮੇਨਟੇਨ ਕਰਨਾ, ਇਸ ਤਰ੍ਹਾਂ ਅੱਖਾਂ ਦੇ ਵਿਜ਼ਨ ਨੂੰ ਕੰਟਰੋਲ ਕਰਨਾ। ਇਹ ਸਾਰੀਆਂ ਗੱਲਾਂ ਇਹ ਥਾਇਰਾਇਡ ਹਾਰਮੋਨ ਦੇ ਕਰਦਾ ਆ। ਪਰ ਕਰਵਾਉਂਦਾ ਕਿਹਦੇ ਤੋਂ? ਜਿਵੇਂ ਅੱਖਾਂ ਦੀ ਗੱਲ ਹੈ, ਉਹ ਆਪਟਿਕ ਨਰਵ ਤੋਂ ਕਰਵਾਉਂਦਾ ਹੈਗਾ। ਅਲੱਗ-ਅਲੱਗ ਅੰਗਾਂ ਨੂੰ ਇਹ ਅੱਗੇ ਸਟਿਮੂਲੇਟ ਕਰਦਾ ਵੀ ਭਾਈ ਆਹ ਕੰਮ ਕਰੋ, ਤੁਹਾਡਾ ਕੰਮ ਆ। ਪਰ ਜਦੋਂ ਇਹ ਨਹੀਂ ਹੁੰਦਾ ਤੇ ਅਸੀਂ ਅਲਟੀਮੇਟ ਕਿੱਥੋਂ ਪਹੁੰਚਦੇ? ਯਾਰ ਮੇਰੀ ਨਜ਼ਰ ਕਮਜ਼ੋਰ ਹੋ ਗਈ, ਪਤਾ ਨਹੀਂ ਮੈਨੂੰ ਕੈਟਰੈਕਟ ਹੋ ਗਿਆ ਜਾਂ ਪਤਾ ਨਹੀਂ ਕੀ ਹੋ ਗਿਆ। ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਰਾ ਕੁਝ ਚੈੱਕ ਕਰਦਾ ਕਰਾਉਂਦਾ ਹੈ, ਆਪਟਿਕ ਨਰਵ ਨੂੰ ਚੈੱਕ ਕਰਦਾ, ਕਹਿੰਦਾ ਯਾਰ ਆਪਟਿਕ ਨਰਵ ਤਾਂ ਤੇਰੀ ਠੀਕ ਹੈ, ਨਜ਼ਰ ਤਾਂ ਤੇਰੀ ਠੀਕ ਹੋਣੀ ਚਾਹੀਦੀ ਹੈ, ਬਾਕੀ ਹੋਰ ਟੈਸਟ ਕਰਵਾ ਲਾ ਸਾਰੇ। ਜਦੋਂ ਹੋਰ ਟੈਸਟ ਕਰਾਉਂਦਾ ਤੇ ਪਤਾ ਲੱਗਦਾ ਤੇਰਾ ਥਾਇਰਾਇਡ ਹਾਰਮੋਨ ਨਾਰਮਲ ਨਹੀਂ ਹੈ। ਥਾਇਰਾਇਡ ਹਾਰਮੋਨ ਨਾਰਮਲ ਨਹੀਂ ਹੈ, ਇਸੇ ਕਰਕੇ ਤੇਰੀ ਨਜ਼ਰ ਕਮਜ਼ੋਰ ਹੈ। ਹੁਣ ਸਿੱਧੇ ਤੌਰ ਤੇ ਤੁਸੀਂ ਕਹਾਂਗੇ ਯਾਰ ਥਾਇਰਾਇਡ ਦਾ ਨਜ਼ਰ ਨਾਲ ਕੀ ਸੰਬੰਧ ਹੈਗਾ? ਸੰਬੰਧ ਇਸ ਕਰਕੇ ਹੈਗਾ ਆ ਵੀ ਇਹਨੇ ਆਪਟਿਕ ਨਰਵ ਨੂੰ ਸਟਿਮੂਲੇਟ ਕਰਨਾ ਵੀ ਤੂੰ ਆਪਣਾ ਕੰਮ ਕਰ ਤੇ ਨਜ਼ਰ ਸਹੀ ਕਰ। ਇਸੇ ਤਰ੍ਹਾਂ ਹੀ ਇਹ ਜਿਹੜੇ ਹਾਰਮੋਨ ਸਾਰੇ ਨੇ, ਹਾਰਮੋਨ ਦੇ ਹੇਠਾਂ ਹੁੰਦਾ ਹੈ, ਥਾਇਰਾਇਡ ਦੇ ਹੇਠਾਂ ਹੁੰਦਾ ਹੈ ਪੈਰਾਥਾਇਰਾਇਡ ਹਾਰਮੋਨ। ਔਰ ਪੈਰਾਥਾਇਰਾਇਡ ਹਾਰਮੋਨ ਜਿਹੜਾ ਹੈ ਉਹ ਬੈਕ ਸਾਈਡ ਤੇ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਹੀ ਉਸ ਤੋਂ ਥੱਲੇ ਅਸੀਂ ਆ ਜਾਂਦੇ ਹਾਂ ਛਾਤੀ ਦੇ ਵਿੱਚ, ਤੇ ਅਸੀਂ ਦੱਸਿਆ ਸੀ ਵੀ ਥਾਈਮਸ ਹਾਰਮੋਨ ਗਲੈਂਡ ਹੁੰਦਾ ਆ। ਥਾਈਮਸ ਗਲੈਂਡ ਜਿਹੜਾ ਆ ਜਦੋਂ ਬੱਚਾ ਜੰਮਦਾ ਆ ਉਦੋਂ ਉਹਦਾ ਸਾਈਜ਼ ਵੱਡਾ ਹੁੰਦਾ ਤੇ ਹੌਲੀ ਹੌਲੀ ਜਿਵੇਂ ਬੱਚੇ ਦੀ ਬਾਹਰੀ ਇਮਿਊਨਿਟੀ ਵੀ ਵਧਣ ਲੱਗ ਜਾਂਦੀ ਹੈ ਤੇ ਉਦੋਂ ਇਹਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ। ਉਦੋਂ ਇਹ ਆਪਣਾ ਕੰਮ ਵੰਡ ਦਿੰਦਾ ਤੇ ਆਪਣਾ ਕੰਮ ਤਿਲੀ ਨੂੰ ਜ਼ਿਆਦਾ ਦੇ ਦਿੰਦਾ। ਤਿਲੀ ਜਿਹਨੂੰ ਰੈਟੀਕੂਲੋ ਇੰਡੋਥੈਲੀਅਲ ਸਿਸਟਮ ਵਿੱਚ ਲੈਂਦੇ ਹਾਂ ਅਸੀਂ, ਜਿਹਦਾ ਕੰਮ ਹੈ ਸਰੀਰ ਦੀ ਪ੍ਰੋਟੈਕਸ਼ਨ ਕਰਨੀ, ਪਹਿਰੇਦਾਰੀ ਕਰਨੀ। ਬਾਹਰੋਂ ਕੋਈ ਬੈਕਟੀਰੀਆ ਆ ਗਿਆ ਹੈ, ਬਾਹਰੋਂ ਕੋਈ ਇਨਫੈਕਸ਼ਨ ਆ ਗਿਆ ਹੈ, ਬਾਹਰੋਂ ਕੋਈ ਕਿਸੇ ਤਰ੍ਹਾਂ ਦਾ ਪਸ ਫਾਰਮਿਕ ਬੈਕਟੀਰੀਆ ਹੋ ਗਿਆ ਆ, ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦਾ ਕੰਮ ਹੈ ਸਾਡੀ ਇਸ ਤਿਲੀ ਦਾ। ਔਰ ਤਿਲੀ ਕਰਵਾਉਂਦੀ ਕਿਹਦੇ ਤੋਂ ਆ? WBC ਤੋਂ, ਚਿੱਟੇ ਖੂਨ ਦੇ ਕਣਾਂ ਤੋਂ। ਚਿੱਟੇ ਖੂਨ ਦੇ ਕਣ ਕਿੱਥੇ ਬਣਦੇ ਨੇ? ਵੱਡੀਆਂ ਹੱਡੀਆਂ 'ਚ। ਤਾਂ ਮਤਲਬ ਕੀ ਹੋਇਆ ਕਿ ਇਹ ਥਾਈਮਸ ਇਹਨਾਂ ਹੱਡੀਆਂ ਦੀ ਬਣਤਰ ਦੇ ਵਿੱਚ ਅੰਦਰ ਜਿਹੜੇ WBC ਬਣਨ ਵਾਲੇ ਨੇ ਉਹਨਾਂ ਨੂੰ ਵੀ ਕੰਟਰੋਲ ਕਰਦਾ ਆ। ਔਰ ਜਦੋਂ ਉਹ ਕੰਟਰੋਲ ਕਰਦਾ ਤੇ ਉਸ ਤੋਂ ਬਾਅਦ ਇੰਡੋਕਰਾਈਨ ਗਲੈਂਡਸ ਜਿਹੜੇ ਸਾਡਾ ਤਿਲੀ ਹੈਗੀ ਹੈ, ਉਹ ਆਪਣਾ ਸਿਸਟਮ ਉਹਦਾ ਇੱਕ ਹੈਗਾ ਆ ਜਿਹਨੂੰ ਅਸੀਂ ਲਿੰਫ ਚੈਨਲ ਕਿਹਾ ਸੀਗਾ, ਉਹਦੇ ਰਾਹੀਂ ਇਹਨਾਂ ਨੂੰ ਕੰਟਰੋਲ ਕਰਦੀ ਹੈ। ਜੇ ਇਹਦੇ ਤੋਂ ਭਾਰੀ ਹੋ ਗਈ ਗੱਲ, ਨਹੀਂ ਨਿਬੜੀ, ਨਹੀਂ ਇਹਦੇ ਤੋਂ ਨਿਬੜੀ, ਤੇ ਫਿਰ ਥਾਈਮਸ ਕਹਿੰਦਾ ਕੋਈ ਗੱਲ ਨਹੀਂ, ਮੈਂ ਆ ਜਾਣਾ, ਮਦਦ ਕਰ ਦਿੰਦਾ। ਸੋ ਇਸੇ ਤਰ੍ਹਾਂ ਹੀ ਫਿਰ ਅਸੀਂ ਅੱਗੇ ਗੱਲ ਕੀਤੀ ਸੀ ਵੀ ਅਡਰੇਨਾਲਿਨ ਗਲੈਂਡ ਦੀ। ਅਡਰੇਨਾਲਿਨ ਗਲੈਂਡ ਜਿਹੜਾ ਆ ਕਿਡਨੀਆਂ ਦੇ ਉੱਪਰ, ਦੋਹਾਂ ਕਿਡਨੀਆਂ ਦੇ ਉੱਪਰ ਲੱਗੇ ਹੋਈਆਂ ਛੋਟੀਆਂ ਛੋਟੀਆਂ ਗਿਲਟੀਆਂ ਨੇ। ਕੋਰਟੈਕਸ ਤੇ ਮੈਡੂਲਾ ਇਹਦੇ ਦੋ ਹਿੱਸੇ ਹੋ ਜਾਂਦੇ ਨੇ, ਦੋ ਵੱਖ-ਵੱਖ ਤਰ੍ਹਾਂ ਦੀਆਂ। ਇੰਜ ਕਹਿ ਲਓ ਵੀ ਸਤਰੰਗੀ ਪਿੰਗ ਦੇ ਵਿੱਚ ਦੋ ਰੰਗ ਕੱਢ ਲਿਓ। ਦੋ ਰੰਗ ਇਹਦੇ ਹੈਗੇ ਨੇ, ਇੱਕ ਉੱਪਰ ਵਾਲਾ ਪਾਸਾ ਖੋਲ ਹੈ ਤੇ ਇੱਕ ਅੰਦਰ ਵਾਲਾ ਪਾਸਾ ਹੈਗਾ। ਅੰਬ ਹੈਗਾ ਹੈ ਤੇ ਬਾਹਰ ਤਾਂ ਹੈਗਾ ਗੁੱਦਾ ਤੇ ਅੰਦਰਲੇ ਪਾਸੇ ਉਹਦੀ ਗਿਲਟ ਹੈਗੀ ਹੈ, ਗਿੱਟ ਹੈਗੀ ਹੈ। ਉਹ ਇਸੇ ਤਰ੍ਹਾਂ ਕਰਕੇ ਇਹ ਐਡਰੇਨਾਲਿਨ ਗਲੈਂਡ ਬਣਿਆ। ਕੋਰਟੈਕਸ ਤੇ ਮੈਡੂਲਾ ਇਹਦੇ ਦੋ ਹਿੱਸੇ ਹੋ ਜਾਂਦੇ ਨੇ। ਔਰ ਇਹ ਕੋਰਟੈਕਸ ਦੇ ਰਾਹੀਂ ਜਿਹੜੇ ਹਾਰਮੋਨ ਪੈਦਾ ਕਰਦਾ ਆ, ਬੜੇ ਵੰਡਰਫੁਲ ਕੰਮ ਕਰਦਾ ਇਹ ਸਾਡੇ ਸਰੀਰ ਦੇ ਵਿੱਚ। ਗਮ, ਗੁੱਸਾ, ਫਿਕਰ, ਡਰ, ਮਾਨਸਿਕ ਭਾਵਨਾਵਾਂ, ਸੈਂਸਿਟੀਵਿਟੀ ਸਾਡੀ ਜਿਹੜੀ ਹੈ ਉਹ ਸਾਰੀ ਨੂੰ ਕੰਟਰੋਲ ਕਰਦਾ। ਹੁਣ ਸੈਂਸਿਟੀਵਿਟੀ ਜੇ ਅਸੀਂ ਗੱਲ ਕਰੀਏ ਨਾ ਦਰਸ਼ਨ ਸਿੰਘ ਜੀ, ਤੇ ਸੈਂਸਿਟੀਵਿਟੀ ਇੱਕ ਨਾਰਮਲ ਲਾਈਫ ਦਾ ਹਿੱਸਾ ਆ। ਅਸੀਂ ਜਿਉਣੇ ਆ ਨਾ, ਤੇ ਕੀ ਸਬੂਤ ਹੈ ਜਿਉਣੇ ਆ? ਇਸ ਕਰਕੇ ਕਿ ਠੰਡ ਨੂੰ ਠੰਡ ਮਹਿਸੂਸ ਕਰਦੇ ਆ, ਗਰਮੀ ਨੂੰ ਗਰਮੀ ਮਹਿਸੂਸ ਕਰਦੇ ਆ, ਮਿਰਚ ਨੂੰ ਮਿਰਚ ਮਹਿਸੂਸ ਕਰਦੇ ਆ, ਲੂਣ ਨੂੰ ਲੂਣ ਮਹਿਸੂਸ ਕਰਦੇ ਆ। ਇਹਨੂੰ ਸੈਂਸਿਟੀਵਿਟੀ ਕਹਿੰਦੇ ਆ। ਔਰ ਇਸ ਸੈਂਸਿਟੀਵਿਟੀ ਨੂੰ ਕੰਟਰੋਲ ਕਰਨ ਦਾ ਕੰਮ ਹੈ ਸਾਡੇ ਐਡਰੇਨਾਲਿਨ ਗਲੈਂਡ ਦਾ। ਭਾਵਨਾਵਾਂ ਨੂੰ ਕੰਟਰੋਲ ਦਾ ਕੰਮ ਹੈ ਐਡਰੇਨਾਲਿਨ ਗਲੈਂਡ ਦਾ। ਡਰ ਲੱਗ ਗਿਆ ਕਿਸੇ ਤਰ੍ਹਾਂ ਦਾ, ਪਰੇਸ਼ਾਨੀ ਹੋ ਗਈ, ਐਂਗਜ਼ਾਇਟੀ, ਜਿੰਨੇ ਵੀ ਐਂਗਜ਼ਾਇਟੀ ਦੇ ਪੇਸ਼ੈਂਟ ਹੈਗੇ ਨੇ ਉਹ ਸਾਰੇ ਆਮ ਤੌਰ ਤੇ ਐਡਰੇਨਾਲਿਨ ਦੀ ਡੈਫੀਸ਼ੀਐਂਸੀ ਦੇ ਪੇਸ਼ੈਂਟ ਹੁੰਦੇ ਆ। ਅਸੀਂ ਕਹਿੰਦੇ ਤੈਨੂੰ ਮਾਨਸਿਕ ਰੋਗ ਆ ਭਾਈ, ਪਰ ਅੰਡਰ ਉਹਦੇ ਇਹ ਕੰਡੀਸ਼ਨਾਂ ਹੈਗੀਆਂ ਨੇ ਵੀ ਆਹ ਕੰਮ ਜਿਹੜੇ ਨੇ ਕੰਟਰੋਲ ਤਾਂ ਕਰਨੇ ਨੇ ਇਸ ਨੇ, ਐਡਰੇਨਾਲਿਨ ਗਲੈਂਡ ਨੇ। ਔਰ ਉਹ ਜੇਕਰ ਨਾਰਮਲ ਨਹੀਂ ਹੋਇਆ ਤੇ ਇਹ ਸਾਰੇ ਕੰਮ ਜਿਹੜੇ ਨੇ ਸਹੀ ਤੌਰ ਤੇ ਨਹੀਂ ਚੱਲਣੇ। ਔਰ ਇਸੇ ਤਰ੍ਹਾਂ ਹੀ ਪਿਸ਼ਾਬ ਦੀ ਫਰੀਕੁਐਂਸੀ, ਕਿਡਨੀਆਂ
ਨੂੰ ਕੰਟਰੋਲ ਕਰਨਾ ਹੈ ਇਸਨੇ ਫ੍ਰੀਕੁਐਂਸੀ ਪਿਸ਼ਾਬ ਦੀ ਅਰਜਿੰਗ ਜਿਹੜੀ ਹੈ ਵਾਰ-ਵਾਰ ਹੋਣੀ ਜਿਵੇਂ ਇਮਤਿਹਾਨ ਤੇ ਗਏ ਆ ਜਾਂ ਇੰਟਰਵਿਊ ਤੇ ਗਏ ਆ ਜਾਂ ਕੋਰਟ ਦੀ ਤਰੀਕ ਹੀ ਹੈਗੀ ਤੇ ਵਾਰ-ਵਾਰ ਪਿਸ਼ਾਬ ਜਾਈ ਜਾਣਾ। ਸੋ ਇਹ ਹਾਜਤ ਜਿਹੜੀ ਹੈ ਇਹ ਸਾਰੀ ਐਡਰੇਨਾਲਿਨ ਗਲੈਂਡ ਦੇ ਵਾਸਤੇ ਆ ਕੰਟਰੋਲ ਕਰਨੀ। ਜੇ ਅਸੀਂ ਨਰਵਸ ਨਹੀਂ ਆ ਤੇ ਫਿਰ ਨਹੀਂ ਹੈ। ਸੋ ਮੈਂ ਗੱਲ ਕਰ ਰਿਹਾ ਸੀ ਵੀ ਸਾਡੀ ਸੈਂਸਿਟੀਵਿਟੀ ਇਹ ਆ ਕਿ ਅਸੀਂ ਨਾਰਮਲ ਆ। ਅਸੀਂ ਇੱਕ ਸੈਂਸਿਟੀਵਿਟੀ ਦੀ ਲਿਮਿਟ ਬੰਨ ਲਈ ਹੈ ਵੀ ਨਾਰਮਲ ਆ। ਜਿਵੇਂ ਅਸੀਂ ਕਹਿੰਦੇ ਨਾ ਬਲੱਡ ਸਾਡਾ ਟੈਂਪਰੇਚਰ ਹੈ 98.4 ਅਸੀਂ ਲਿਮਿਟ ਬੰਨ ਲਈ ਵੀ ਇਹ ਨਾਰਮਲ ਆ, ਪਰ ਹੈ ਤਾਂ ਟੈਂਪਰੇਚਰ ਹੀ ਨਾ। ਤੇ ਜੇ 99 ਜਾਂ 100 ਹੋ ਗਿਆ ਤੇ ਫਿਰ ਅਸੀਂ ਕਹਿਣਾ ਸ਼ੁਰੂ ਕਰਨੇ ਇਹਨੂੰ ਬੁਖਾਰ ਹੋ ਗਿਆ ਭਾਈ, ਪਰ ਹੁੰਦਾ 98.4 ਵੀ ਬੁਖਾਰ ਹੀ ਹੈ। ਅਸੀਂ ਇੱਕ ਲਿਮਿਟ ਬੰਨ ਲਈ ਹੈ ਕਿ ਆਹ ਸਾਡੀ ਸੈਂਸਿਟੀਵਿਟੀ ਹੈਗੀ ਹੈ ਸਰੀਰ ਦੀ। ਜਿਉਣ ਦਾ ਆਹ ਢੰਗ ਹੈ, ਜਿਉਣ ਦੇ ਆਹ ਨਾਰਮਲ ਸਾਈਨ ਨੇ, ਤੇ ਜੇ ਇਹ ਜਿਉਣ ਦੇ ਨਾਰਮਲ ਸਾਈਨ ਹੋਣਗੇ ਤੇ ਤੁਸੀਂ ਸਮਝੋ ਵੀ ਬੰਦਾ ਨਾਰਮਲ ਆ ਤੇ ਜਿੰਦਾ ਵੀ ਆ। ਜਦੋਂ ਇਹ ਸਾਈਨ ਵਧਣੇ ਸ਼ੁਰੂ ਹੋਣਗੇ ਉਹਨੂੰ ਅਸੀਂ ਕਹਿੰਦੇ ਆ ਓਵਰ ਸੈਂਸਿਟੀਵਿਟੀ। ਭਾਈ ਯਾਰ ਬਾਕੀ ਤਾਂ ਸਾਰੇ ਅੱਧੀ ਬਾਂਹ ਵਾਲੀ ਕਮੀਜ਼ ਪਾ ਕੇ ਬੈਠੇ ਤੇ ਡਾਕਟਰ ਗੁਰਦੀਪ ਸਿੰਘ ਪੂਰੀ ਬਾਂਹ ਵਾਲਾ ਕਮੀਜ਼ ਪਾ ਕੇ ਬੈਠਾ ਤੇ ਉੱਤੇ ਜੈਕਟ ਵੀ ਪਾਈ ਹੋਈ ਇਹਨੇ। ਇਹਦੇ ਓਵਰ ਸੈਂਸਿਟੀਵਿਟੀ ਹੈ ਨਾ। ਸਾਰੇ ਲੋਕ ਜਿੰਨੀ ਕੁ ਮਹਿਸੂਸ ਕਰਦੇ ਨੇ ਠੰਡ ਜਿੰਨੀ ਕੁ ਹੈਗੀ ਆ ਉਹ ਸਾਰੇ ਉਨੀ ਕੁ ਮਹਿਸੂਸ ਕਰਦੇ ਨੇ, ਤੇ ਜਿੰਨੀ ਕੁ ਗਰਮੀ ਮਹਿਸੂਸ ਕਰਦੇ ਨੇ ਉਨੀ ਕੁ ਮਹਿਸੂਸ ਕਰਦੇ ਨੇ, ਜਿੰਨੀ ਕੁ ਮਿਰਚ ਮਹਿਸੂਸ ਕਰਦੇ ਨੇ ਉਨੀ ਕੀ ਕਰਦੇ ਨੇ। ਪਰ ਇੱਕ ਬੰਦਾ ਜਿਹੜਾ ਆ ਉਹ ਮਾੜੀ ਜੀ ਵੀ ਮਿਰਚ ਵੱਧ ਹੋ ਜਾਵੇ ਤੇ ਪਸੀਨੋ ਪਸੀਨੀ ਹੋ ਜਾਂਦਾ ਹੈ। ਮਾੜਾ ਜਿਹਾ ਲੂਣ ਵੱਧ ਹੋ ਜਾਵੇ ਕਹਿੰਦਾ ਮੈਂ ਤੇ ਖਾ ਨਹੀਂ ਸਕਦਾ। ਮਾੜੀ ਜੀ ਹਵਾ ਲੱਗ ਜੇ ਤੇ ਛਿੱਕਾਂ ਜ਼ੁਕਾਮ ਲੱਗ ਜਾਂਦਾ, ਕਹਿੰਦਾ ਫਟਾਫਟ ਗਰਮ ਕੱਪੜੇ ਪਾ ਲਵਾਂ। ਸੋ ਮਤਲਬ ਜੇ ਉਹ ਬੰਦੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਆ ਓਵਰ ਸੈਂਸਿਟੀਵਿਟੀ। ਆਪਾਂ ਗੱਲ ਐਡਰੇਨਾਲਿਨ ਗਲੈਂਡ ਦੀ ਕਰ ਰਹੇ ਹਾਂ। ਓਵਰ ਸੈਂਸਿਟੀਵਿਟੀ ਅਸੀਂ ਉਹਨੂੰ ਕਹਿੰਦੇ ਆ। ਔਰ ਇਸ ਤੋਂ ਇਲਾਵਾ ਅੱਜ ਤੁਸੀਂ ਬੜਾ ਲਫ਼ਜ਼ ਸੁਣਿਆ ਆ ਸਾਰੇ ਡਾਕਟਰ ਵਾਰ ਤੈਨੂੰ ਤੇ ਅਲਰਜੀ ਹੋ ਗਈ ਭਾਈ। ਅਲਰਜੀ ਦਾ ਲਫ਼ਜ਼ ਜਿਹੜਾ ਆ ਉਹ ਡਾਕਟਰਾਂ ਵਾਸਤੇ ਇੱਕ ਆਮ ਹੋ ਗਿਆ, ਆਮ ਗੱਲ ਹੋ ਗਈ ਹੈ। ਭਈ ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਕੋਈ ਵੀ ਚੀਜ਼ ਬਹੁਤੀ ਜ਼ਿਆਦਾ ਹੋ ਗਈ ਹੈ ਸਰੀਰ ਦੇ ਵਿੱਚ ਤੇ ਉਹ ਬਰਦਾਸ਼ਤ ਨਹੀਂ ਹੁੰਦੀ, ਸਿੰਪਟਮ ਪੈਦਾ ਹੁੰਦੇ ਨੇ, ਸਾਡਾ ਜਿਹੜਾ ਤਵਾਜ਼ਨ ਹੈ ਬੈਲੈਂਸ ਹੈ ਲਾਈਫ ਦਾ ਉਹ ਨਹੀਂ ਰਹਿੰਦਾ, ਤੇ ਉਹਨੂੰ ਅਸੀਂ ਐਲਰਜੀ ਕਹਿ ਦਿੰਦੇ ਹਾਂ। ਐਲਰਜੀ ਦੀ ਅੱਗੇ ਡਿਵੀਜ਼ਨਾਂ ਕਰ ਦਿੱਤੀ ਹੈ, ਕਿਸੇ ਨੂੰ ਸਕਿਨ ਦੀ ਐਲਰਜੀ ਹੈ, ਕਿਸੇ ਨੂੰ ਸਾਹ ਦੀ ਐਲਰਜੀ ਹੈ, ਕਿਸੇ ਨੂੰ ਹਾਰਟ ਦੀ ਐਲਰਜੀ ਹੈ। ਸਿੰਪਟਮ ਜੇ ਹਾਰਟ ਦੇ ਹੋਏ ਨੇ ਤੇ ਹਾਰਟ ਦੀ ਐਲਰਜੀ ਹੋ ਗਈ ਜੀ। ਜੇ ਤੁਹਾਨੂੰ ਰੈਸਪੀਰੇਸ਼ਨ ਸਾਹ ਦੀ ਪ੍ਰੋਬਲਮ ਆ ਗਈ ਇਹਨੂੰ ਸਾਹ ਦੀ ਐਲਰਜੀ ਹੋ ਗਈ। ਜੇ ਸਕਿਨ ਦੇ ਉੱਪਰ ਸਿੰਪਟਮ ਪੈਦਾ ਹੋ ਗਏ ਇਹਨੂੰ ਜੀ ਸਕਿਨ ਦੀ ਐਲਰਜੀ ਹੋ ਗਈ। ਪਰ ਹਾਂਜੀ ਪੋਲ ਉਹੀ ਆ ਕਿ ਪੋਲਨ ਦੀ ਐਲਰਜੀ ਸਾਰਿਆਂ ਨੂੰ ਨਹੀਂ ਹੈ, ਸਾਰਿਆਂ ਨੂੰ ਨਹੀਂ ਹੈ, ਕਿਸੇ ਕਿਸੇ ਨੂੰ ਹੈ। ਸਮ ਆਫ them are over sensitive to pollens। ਜਿਹੜੀ ਵੀ ਚੀਜ਼ ਸਾਡੇ ਸਰੀਰ ਦੇ ਨਾਲ ਵਾਹ ਪੈਂਦਾ ਹੈ, ਜਿਹਦਾ ਵਾਬਸਤਾ ਹੁੰਦੀ ਹੈ, ਉਹਦੇ ਖਿਲਾਫ ਸਾਡਾ ਸਰੀਰ ਰਿਐਕਸ਼ਨ ਪੈਦਾ ਕਰਦਾ ਹੈ। ਔਰ ਉਹ ਜਿਹੜੀ ਰਿਐਕਸ਼ਨ ਉਹਨੂੰ ਕੰਟਰੋਲ ਕਰਨ ਵਾਲੀ ਹੁੰਦੀ ਹੈ, ਉਹਦੇ ਅਗੇਂਸਟ ਫਾਈਟ ਕਰ ਰਹੀ ਹੁੰਦੀ, ਕੰਟਰੋਲ ਕਰਦੀ ਹੈ। ਜਿਨ੍ਹਾਂ ਦੀ ਇਮਿਊਨਿਟੀ ਇਸ ਲੈਵਲ ਤੇ ਹੈਗੀ ਹੈ ਕਿ ਉਹ ਉਸ ਨੂੰ ਕੰਟਰੋਲ ਕਰ ਸਕਦੀ ਹੈ ਤੇ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਪੈਦਾ ਹੁੰਦਾ। ਪਰ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੋ ਗਈ, ਇਹ ਐਡਰੇਨਾਲਿਨ ਗਲੈਂਡ ਦੀ ਆਪਾਂ ਗੱਲ ਕਰਨ ਡਏ ਆ, ਤੇ ਉਸ ਹਾਲਾਤ ਦੇ ਵਿੱਚ ਕੀ ਹੋਏਗਾ ਕਿ ਉਸ ਨੂੰ ਮਾੜਾ ਜਿਹਾ ਬਾਹਰ ਨਿਕਲਿਆ, ਦਰਖਤਾਂ ਦਾ ਬੂਰ ਝੜਨ ਡਿਆ ਆ, ਉਸ ਵੇਲੇ ਛਿੱਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਸੋ ਇਹ ਪੋਲਨ ਦੀ ਐਲਰਜੀ ਦਾ ਇਸ ਗੱਲ ਨਾਲ ਵੀ ਸੰਬੰਧ ਹੈ। ਤੇ ਉਸ ਤੋਂ ਬਾਅਦ ਮੈਂ ਗੱਲ ਕਰ ਰਿਹਾ ਸੀ ਇਹ ਸੈਂਸਿਟੀਵਿਟੀ ਦੀ ਗੱਲ ਹੀ ਹੈ ਨਾ, ਕਿ ਥੋੜਾ ਬੰਦਾ ਓਵਰ ਸੈਂਸਿਟਿਵ ਹੈ ਆਮ ਲੋਕਾਂ ਨਾਲੋਂ, ਤੇ ਅਸੀਂ ਉਹਨੂੰ ਐਲਰਜੀ ਕਹਿ ਦਿੰਦੇ ਹਾਂ। ਪਰ ਕੁਛ ਇੱਕ ਗੱਲਾਂ ਐਸੀਆਂ ਹੈਗੀਆਂ ਨੇ ਕਿ ਜਿਹੜੀਆਂ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਸਰ ਦਰਸ਼ਨ ਸਿੰਘ ਨੂੰ ਵੀ ਪਤਾ ਆ ਵੀ ਇਹ ਪੋਲਨ ਹੋ ਜਾਂਦਾ ਜੀ ਜਦੋਂ ਫੁੱਲਾਂ ਨੂੰ ਤੇ ਬਹਾਰ ਆਉਂਦੀ ਹੈ ਦਰਖਤਾਂ ਦੇ ਵਿੱਚ ਤੇ ਉਹਦਾ ਬੂਰ ਝੜਦਾ ਆ ਤੇ ਉਹਨੂੰ ਕਹਿੰਦੇ ਜੀ ਪੋਲਨ ਹੋ ਗਿਆ। ਮੈਂ ਤੇ ਨਾ ਡਾਕਟਰ ਸਾਹਿਬ ਮੇਰੇ ਜਿਹੜਾ ਘਾਹ ਲੱਗਾ ਉਹਦੇ ਵਿੱਚ ਉੱਗਦਾ ਰਹਿੰਦਾ, ਛੋਟੇ ਬੇਟੇ ਨੂੰ ਹੈਗੀ ਇਹਦੀ ਪ੍ਰੋਬਲਮ, ਮਿੰਟ ਲੱਗਦਾ ਉਹਨੂੰ ਛਿੱਕਾਂ ਆਉਣ ਚ, ਤੇ ਮੈਂ ਤਾਂ ਹਰ ਤੀਜੇ ਚੌਥੇ ਦਿਨ ਘਾਹ ਹੀ ਵੱਢਦਾ ਰਹਿੰਦਾ। ਕੋਈ ਨਹੀਂ ਆਪਾਂ ਉਹਦਾ ਵੀ ਹੱਲ ਕਰਾਂਗੇ। ਆਓ ਇਸ ਪ੍ਰੋਗਰਾਮ ਨੂੰ ਪੂਰਾ ਕਰ ਲਈਏ ਵੀ ਇਹ ਜਿਹੜਾ ਹੈ ਨਾ ਓਵਰ ਸੈਂਸਿਟੀਵਿਟੀ ਤੇ ਉਸ ਤੋਂ ਬਾਅਦ ਐਲਰਜੀ ਦੀ ਗੱਲ ਅਸੀਂ ਕਹਿ ਦਿੱਤੀ। ਭਾਵ ਜਦੋਂ ਸਿੰਪਟਮ ਬਰਦਾਸ਼ਤ ਨਹੀਂ ਹੋ ਰਹੇ, ਸਾਨੂੰ ਤਕਲੀਫ ਦੇ ਹੋ ਗਏ, ਸਾਡਾ ਕੰਮਕਾਰ ਪ੍ਰਭਾਵਿਤ ਹੋ ਗਿਆ, ਅਸੀਂ ਉਦੋਂ ਐਲਰਜੀ ਕਹਿੰਦੇ ਹਾਂ। ਇੱਕ ਅੱਧੀ ਛਿੱਕ ਆ ਜਾਵੇ ਤੇ ਅਸੀਂ ਪਰਵਾਹ ਹੀ ਨਹੀਂ ਕਰਦੇ, ਕੋਈ ਗੱਲ ਨਹੀਂ ਆ ਗਈ ਠੀਕ ਹੋ ਜੂਗੀ।
ਪਰ ਜੇ ਵਾਰ-ਵਾਰ ਛਿੱਕਾਂ ਆਈ ਜਾਂਦੀਆਂ ਨੇ ਤੇ ਸੋਚਣਾ ਪੈਂਦਾ ਯਾਰ ਡਾਕਟਰ ਕੋਲ ਜਾਈਏ ਕੋਈ ਦਵਾਈ ਲਈਏ, ਛਿੱਕਾਂ ਮੂੰਹ ਨੱਕ ਸੁਣ ਕੇ ਲਾਲ ਹੋ ਗਿਆ ਮੇਰਾ ਤੇ। ਹਾਂਜੀ, ਸੋ ਇਹਨੂੰ ਅਸੀਂ ਐਲਰਜੀ ਕਹਿੰਦੇ ਆ। ਜਦੋਂ ਇਹ ਕੰਡੀਸ਼ਨ ਹੁੰਦੀ ਹੈ ਕਿ ਬੰਦੇ ਤੋਂ ਬਰਦਾਸ਼ਤ ਨਹੀਂ ਹੋ ਰਹੀ, ਉਹਦਾ ਨਾਂ ਐਲਰਜੀ ਆ। ਅਸਲੀ ਗੱਲ ਹੈ। ਪਰ ਇਹਦੇ ਪਿੱਛੇ ਆਮ ਆਦਮੀ ਨੂੰ, ਡਾਕਟਰ ਨੂੰ ਤਾਂ ਪਤਾ ਲੱਗਣਾ ਹੈ, ਇੱਕ ਆਮ ਆਦਮੀ ਨੂੰ ਪਤਾ ਲੱਗਦਾ ਪਿਆ ਹੈ ਵੀ ਇਹ ਯਾਰ ਐਲਰਜੀ ਸੀਜ਼ਨਲ ਆ। ਜਦੋਂ ਇਹ ਬੰਦਾ ਬਾਹਰ ਨਿਕਲਦਾ ਆ ਤੇ ਬਾਹਰ ਫੁੱਲ ਨਿਕਲੇ ਹੁੰਦੇ ਨੇ, ਨਵੀਂ ਬਹਾਰ ਆਈ ਹੁੰਦੀ ਹੈ, ਇਹਨੂੰ ਉਦੋਂ ਹੁੰਦੀ ਹੈ। ਜਾਂ ਕਿਸੇ ਨੂੰ ਕੋਈ ਸਿੰਪਟਮ ਜਿਹੜੇ ਨੇ ਸਾਹ ਦੇ ਉਦੋਂ ਪੈਦਾ ਹੁੰਦੇ ਨੇ ਜਦੋਂ ਗਰਮੀ ਜਾ ਰਹੀ ਤੇ ਸਰਦੀ ਆ ਰਹੀ ਹੈ, ਜਾਂ ਮੌਸਮ ਚੇਂਜ ਹੋਣ ਤੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸੋ ਉਦੋਂ ਐਲਰਜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਹੁਣ ਸਾਰੀਆਂ ਗੱਲਾਂ ਆਮ ਲੋਕ ਜਾਣਦੇ ਨੇ। ਪਰ ਜੇ ਇੱਕ ਐਸੀ ਗੱਲ ਹੋ ਜਾਵੇ, ਮੈਂ ਹੁਣ ਇਹ ਐਡਰੇਨਾਲਿਨ ਗਲੈਂਡ ਦੀ ਆਖਰੀ ਗੱਲ ਕਰਨ ਲੱਗਾ, ਜੇ ਇਹ ਐਸੀ ਗੱਲ ਹੋ ਜਾਵੇ ਕਿ ਭਾਈ ਉਹ ਦੂਰ ਪਿਆ ਹੈਗਾ ਇੱਕ ਸੈਂਟ ਦੀ ਦੁਕਾਨ, ਇਹਦੀ ਮੈਂ ਗੱਲ ਆਪਾਂ ਕਰ ਚੁੱਕੇ ਹਾਂ ਵੈਸੇ, ਮੈਂ ਜਦੋਂ ਐਡਰੇਨਾਲਿਨ ਗਲੈਂਡ ਦੀ ਗੱਲ ਕੀਤੀ ਸੀ ਕਿ ਉਹ ਬੇਹੋਸ਼ ਹੋ ਗਿਆ ਤੇ ਅਲਟੀਮੇਟਲੀ ਉਹ ਸਮੈਲ ਜਿਹੜੀ ਹੈ, ਸਮੈਲ ਉਹਨੇ ਸਰੀਰ ਨੂੰ ਕੀਤਾ ਤਾਂ ਕੁਛ ਨਹੀਂ, ਬੜੇ ਹਾਇਰ ਲੈਵਲ ਤੇ ਗੱਲ ਕੀਤੀ ਸੀ, ਉਹਨੂੰ ਅਸੀਂ ਕਹਿੰਦੇ ਈਡੀਓਸਿੰਕ੍ਰੇਸੀ। ਸੋ ਇਹ ਸਾਰੇ ਕੰਟਰੋਲ ਜਿਹੜੇ ਨੇ ਇਹ ਸਾਡੇ ਐਡਰੇਨਾਲਿਨ ਗਲੈਂਡ ਦੇ ਹਨ। ਸੋ ਉਸ ਤੋਂ ਅਗਲਾ ਗਲੈਂਡ ਜਿਹੜਾ ਸੀਗਾ ਉਹ ਸੀਗਾ ਸਾਡਾ ਪੈਂਕਰੀਆਸ ਦਾ। ਇਹਦੇ ਵਿੱਚ ਦੋ ਤਰ੍ਹਾਂ ਦੇ ਸੈੱਲ ਲੱਗੇ ਹੁੰਦੇ ਨੇ। ਬੀਟਾ ਸੈੱਲ ਜਿਹੜੇ ਨੇ ਉਹ ਸਪੈਸ਼ਲੀ ਇਸ ਸ਼ੂਗਰ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੇ ਨੇ। ਇੱਥੇ ਆ ਕੇ ਆਪਾਂ ਗੱਲ ਕੀਤੀ ਸੀ ਵੀ ਜਿੰਨੀਆਂ ਵੀ ਖੁਰਾਕਾਂ ਅਸੀਂ ਖਾਂਦੇ ਹਾਂ ਉਹ ਸਾਰੀਆਂ ਦੀਆਂ ਸਾਰੀਆਂ ਜਦੋਂ ਹਜਮ ਹੁੰਦੀਆਂ ਨੇ ਉਹ ਸ਼ੂਗਰ ਬਣ ਕੇ ਹਜਮ ਹੁੰਦੀਆਂ ਨੇ। ਜਦੋਂ ਕੋਈ ਵੀ ਚੀਜ਼ ਭਾਵੇਂ ਜਿੰਨੀ ਮਰਜ਼ੀ ਪੱਥਰ ਹੋਵੇ, ਕੁਛ ਹੋਵੇ, ਉਹਨੂੰ ਪੀ ਦਿਓ, ਜੋ ਬਰੀਕ ਪੀ ਦਿਓਗੇ ਤੇ ਤਾਂ ਹੀ ਪਾਣੀ 'ਚ ਘੁਲ ਸਕੇਗੀ, ਤਾਂ ਹੀ ਕੋਈ ਚੀਜ਼ ਦੁੱਧ 'ਚ ਘੁਲ ਸਕੇਗੀ, ਨਹੀਂ ਤਾਂ ਘੁਲਣੀ ਨਹੀਂ। ਸੋ ਉਹ ਘੁਲਣ ਦੀ ਜਿਹੜੀ ਸਥਿਤੀ ਹੈ ਨਾ ਕਿਸੇ ਵੀ ਖੁਰਾਕ ਦੇ ਤੱਤ ਦੀ, ਉਹਨੂੰ ਅਸੀਂ ਸ਼ੂਗਰ ਕਹਿੰਦੇ ਹਾਂ। ਪਰ ਸ਼ੂਗਰ ਦਾ ਵੱਖਰਾ ਵੱਖਰਾ ਨਾਂ ਆ। ਫੈਟ ਤੋਂ ਜਿਹੜੀ ਹੋਈ, ਕਾਰਬੋਹਾਈਡਰੇਟਸ ਤੋਂ ਜਿਹੜੀ ਹੋਈ, ਜਾਂ ਅਮਾਈਲੇਜ਼ ਹੋ ਗਈ, ਜਾਂ ਜਿਹੜਾ ਪ੍ਰੋਟੀਨ ਤੋਂ ਹੋ ਗਈ, ਉਹਨੂੰ ਅਮੀਨੋ ਐਸਿਡ ਕਹਿ ਦਿੱਤਾ। ਸੋ ਇਸ ਤਰ੍ਹਾਂ ਦੀ ਅਲੱਗ-ਅਲੱਗ ਸ਼ੂਗਰ ਦੇ ਨਾਂ ਅਸੀਂ ਅਲੱਗ-ਅਲੱਗ ਤੱਤਾਂ ਤੋਂ ਬਣੀ ਹੋਈ ਸ਼ੂਗਰ ਦੇ ਨਾਂ ਰੱਖ ਦਿੱਤੇ, ਪਰ ਉਹਨਾਂ ਨੇ ਹੋਣਾ ਇੰਨਾ ਬਰੀਕ ਆ ਕਿ ਉਹ ਹੁਣ ਖੂਨ 'ਚ ਘੁਲ ਸਕੇ। ਔਰ ਪੈਂਕਰੀਆਸ ਦਾ ਕੰਮ ਇਹ ਆ ਕਿ ਜਿੰਨੀ ਵੀ ਤੁਹਾਡੇ ਸਰੀਰ ਦੇ ਵਿੱਚ ਇਹ ਸ਼ੂਗਰ ਬਣ ਕੇ ਆ ਗਈ ਹੈ, ਭਾਵੇਂ ਤੁਸੀਂ ਆਲੂ ਖਾਦੇ, ਭਾਵੇਂ ਕੇਲਾ ਖਾਦਾ, ਤੇ ਭਾਵੇਂ ਟਮਾਟਰ ਖਾਦੇ ਆ, ਭਾਵੇਂ ਕੁਛ ਵੀ ਖਾਦਾ ਆ, ਇਹਨੇ ਸ਼ੂਗਰ ਬਣ ਕੇ ਅੱਗੇ ਜਦੋਂ ਹਜਮ ਹੋਣਾ ਆ, ਔਰ ਇਸ ਨੂੰ ਮੈਟਾਬੋਲਾਈਜ਼ ਕਰਨ ਦਾ ਮਤਲਬ ਹੁੰਦਾ ਆ ਸਾਡੇ ਸਰੀਰ ਦੀ ਲੋੜ ਦੇ ਪੱਧਰ ਤੇ ਲਿਆ ਕੇ ਰੱਖਣਾ। ਮੈਟਾਬੋਲਿਜ਼ਮ ਦਾ ਪੰਜਾਬੀ 'ਚ ਅਰਥ ਇਹ ਨਿਕਲਦਾ ਆ ਕਿ ਕਿਸੇ ਵੀ ਸਰੀਰ ਦੇ ਵਿੱਚ ਆਏ ਹੋਏ ਤੱਤ ਨੂੰ ਕੰਟਰੋਲ ਕਰਕੇ ਵੱਧ ਨੂੰ ਘੱਟ ਕਰਨਾ, ਘੱਟ ਨੂੰ ਵੱਧ ਕਰਨਾ, ਤੇ ਸਾਡੇ ਉਸ ਲੈਵਲ ਤੇ ਲਿਆ ਕੇ ਰੱਖਣਾ ਜਿਹੜੀ ਸਾਡੀ ਨਾਰਮਲ ਸਰੀਰ ਦੀ ਲੋੜ ਹੈਗੀ ਹੈ। ਔਰ ਇਹ ਪੈਂਕਰੀਆਸ ਜਿਹੜੀ ਹੈ ਇਹ ਇਨਸੂਲਿਨ ਨਾਂ ਦਾ ਹਾਰਮੋਨ ਪੈਦਾ ਕਰਦੀ ਹੈ, ਔਰ ਇਹ ਇਸ ਸਾਡੀ ਸ਼ੂਗਰ ਨੂੰ ਐਜ਼ ਏ ਹੋਰ ਬਣੀ ਜਿਹਦੇ ਤੋਂ ਮਰਜ਼ੀ ਹੋਵੇ ਉਸ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ। ਸਾਰੇ ਕਹਿੰਦੇ ਯਾਰ ਤੈਨੂੰ ਸ਼ੂਗਰ ਹੈਗੀ ਤੂੰ ਖੰਡ ਨਾ ਖਾ। ਖੰਡ, ਉਹ ਖੰਡ ਤਾਂ ਇੱਕ ਸੁਕਰੋਜ਼ ਹੈਗੀ ਹੈ, ਇੱਕ ਟਾਈਪ ਦੀ ਖੰਡ ਹੈਗੀ ਆ। ਜਿਹੜੇ ਫਲ ਫਰੂਟ ਜਾਂ ਜੋ ਵੀ ਚੀਜ਼ਾਂ ਖਾ ਰਹੇ ਹੋ ਉਹ ਸਾਰੀ ਸ਼ੂਗਰ ਬਣ ਕੇ ਹਜਮ ਹੁੰਦੀ ਹੈ, ਉਹਨੇ ਸਾਰੀ ਨਹੀਂ ਕਰਨਾ ਹੈ। ਔਰ ਇਸ ਪੈਂਕਰੀਆਸ ਦਾ ਕੰਮ ਇਹ ਹੈ ਕਿ ਇਹ ਇਸ ਸਾਰੀ ਬਣੀ ਹੋਈ ਸ਼ੂਗਰ ਨੂੰ ਚਾਹੇ ਜਿਹਦੇ ਤੋਂ ਮਰਜ਼ੀ ਬਣੀ ਹੋਵੇ ਉਹਦਾ ਕੰਟਰੋਲ ਪੱਧਰ ਨਾਰਮਲ ਰੱਖਣਾ। ਇੱਥੇ ਆ ਕੇ ਆਪਾਂ ਗੱਲ ਕੀਤੀ ਸੀ ਵੀ ਜੇ ਪਾਰਟੀ ਤੇ ਚਲੇ ਜਾਓ, ਰਸਗੁੱਲੇ ਜ਼ਿਆਦਾ ਖਾ ਲਓ ਤੇ ਅਗਲੇ ਦਿਨ ਮਨ ਨਹੀਂ ਕਰਦਾ ਵੀ ਕੰਮ ਤੇ ਜਾਓ, ਛੁੱਟੀ ਕਰੋ, ਯਾਰ ਸੁਸਤੀ ਪੈ ਗਈ ਹੈ। ਹਾਂਜੀ, ਇਸ ਕਰਕੇ ਹੁੰਦਾ ਕਿ ਸ਼ੂਗਰ ਜਿਹੜੀ ਹੈ ਉਹ ਜ਼ਿਆਦਾ ਸੈੱਲਾਂ ਦੇ ਵਿੱਚ ਚਲੀ ਗਈ ਹੈ, ਮੈਟਾਬੋਲਾਈਜ਼ ਨਹੀਂ ਹੋਈ, ਉਹ ਉਸ ਪੱਧਰ ਤੇ ਨਹੀਂ ਲੈ ਕੇ ਆਈ। ਹੁਣ ਇਹਦੇ ਦੋ ਹੀ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਆ ਕਿ ਸਾਡੀ ਪੈਂਕਰੀਆਸ ਦਾ ਇੱਕ ਆਪਣਾ ਲੈਵਲ ਹੈ ਕੰਮ ਕਰਨ ਦਾ, ਆਪਣੀ ਸਪੀਡ ਹੈ ਉਹਦੀ ਕੰਮ ਕਰਨ ਦੀ। ਉਸ ਤੋਂ ਵੱਧ, ਕਿਉਂਕਿ ਏਜ ਦੇ ਨਾਲ ਸਪੀਡ ਦਾ ਫਰਕ ਪੈਂਦਾ ਹੀ ਰਹਿੰਦਾ ਆ। ਜੇ ਮੁੰਡਾ ਜਵਾਨ ਪਰੌਂਠੇ 4 ਖਾ ਲੇ ਤੇ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਣਾ, ਤੇ ਜੇ ਸਾਡੇ ਵਰਗਾ ਖਾ ਲੂਗਾ ਪਰੌਂਠੇ ਤੇ ਸੁਸਤੀ ਪੈ ਜੂਗੀ ਉਸਨੂੰ, ਕਿਉਂਕਿ ਉਹਦੀ ਬਣੀ ਹੋਈ ਸ਼ੂਗਰ ਜਦੋਂ ਸੈੱਲਾਂ 'ਚ ਜਾਏਗੀ, ਸਾਡੀ ਪੈਂਕਰੀਆਸ ਇੰਨਾ ਕੰਮ ਨਹੀਂ ਕਰਦੀ ਕਿ ਉਹਨੂੰ ਫਟਾਫਟ ਕੁਤਰ ਦੇਵੇ, ਫਟਾਫਟ ਬੁਆਲ ਦੇਵੇ, ਉਹ ਨਹੀਂ ਕਰ ਸਕਦੀ। ਇਸ ਕਰਕੇ ਇਹ ਪੈਂਕਰੀਆਸ ਦਾ ਕੰਮ ਜਿਹੜਾ ਆ ਏਜ ਨਾਲ ਰਿਲੇਟਡ ਵੀ ਹੈਗਾ ਆ,
ਔਰ ਇਹਦਾ ਕੰਮ ਹੈਗਾ ਕਿ ਸ਼ੂਗਰ ਨੂੰ ਮੈਟਾਬੋਲਾਈਜ਼ ਕਰਨਾ, ਬਰਾਬਰ ਲੈਵਲ ਤੇ ਲਿਆ ਕੇ ਰੱਖਣਾ। ਅਸੀਂ ਬਰਾਬਰ ਲੈਵਲ ਸਮਝਦੇ ਹਾਂ 80 ਮਿਲੀਗ੍ਰਾਮ ਪਰ 100 ml ਆਫ ਬਲੱਡ ਸਾਡੀ ਨਾਰਮਲ ਸ਼ੂਗਰ ਹੁੰਦੀ ਹੈ, ਠੀਕ ਹੈ। ਇਸ ਤੋਂ ਵੱਧ ਗਈ ਘਟ ਗਈ, ਉਮਰ ਦੇ ਮੁਤਾਬਕ ਥੋੜੀ ਬਹੁਤ ਵੱਧਦੀ ਜਾਂਦੀ। ਬੁਢਾਪਾ ਅਸੀਂ ਕਹਿੰਦੇ ਹੀ ਉਹਨੂੰ, ਬੁਢਾਪਾ ਅਸੀਂ ਉਹਨੂੰ ਕਹਿੰਦੇ ਆ ਕਿ ਸਾਡਾ ਜਿਹੜਾ ਬਾਹਰੋਂ ਖੁਰਾਕੀ ਤੱਤ ਅਸੀਂ ਖਾ ਰਹੇ ਹਾਂ ਉਹ ਪੂਰੀ ਤਰ੍ਹਾਂ ਮੈਟਾਬੋਲਾਈਜ਼ ਨਹੀਂ ਹੁੰਦਾ, ਸਿਸਟਮ 'ਚ ਵੀਕਨੈਸ ਆ ਜਾਂਦੀ ਹੈ। ਸੋ ਉਸ ਤੋਂ ਅਗਲਾ ਜਿਹੜਾ ਅਸਾਂ ਗੱਲ ਕੀਤੀ ਸੀ, ਉਹ ਗੱਲ ਕੀਤੀ ਸੀ ਓਵਰੀ ਤੇ ਟੈਸਟਸ। ਓਵਰੀ ਤੇ ਟੈਸਟਸ ਦੋ ਉਹ ਗਲੈਂਡ ਨੇ ਜਿਹਦਾ ਬੇਸਿਕਲੀ ਜੀਵਨ ਤੋਂ ਜੀਵਨ ਪੈਦਾ ਕਰਨ ਵਾਸਤੇ ਮੁੱਢਲਾ ਫੰਕਸ਼ਨ ਹੈ। ਸਭ ਤੋਂ ਪਹਿਲਾਂ ਤੁਸੀਂ ਸਾਰੇ ਆਖੀ ਜਾਂਦੇ ਹੋ ਯਾਰ ਜਿਹੜਾ ਪਿਚੋਟਰੀ ਗਲੈਂਡ ਹੈ ਉਹ ਸਾਰਿਆਂ ਨੂੰ ਕੰਟਰੋਲ ਕਰਦਾ, ਹਾਈਪੋਥੈਲਮਸ ਪਿਚੋਟਰੀ ਨੂੰ ਕੰਟਰੋਲ ਕਰਦਾ ਆ, ਥਾਇਰਾਇਡ ਜਿਹੜਾ ਉਹ ਸਾਰੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰੀ ਜਾਂਦਾ ਆ, ਅਡਰੇਨਾਲਿਨ ਗਲੈਂਡ ਜਿਹੜਾ ਆ ਉਹ ਮਾਨਸਿਕ ਤਣਾਅ ਨੂੰ ਡੀਲ ਕਰੀ ਜਾਂਦਾ ਆ। ਸਾਰੇ ਅੰਗ ਆਪੋ ਆਪਣਾ ਜਿਹੜਾ ਯੋਗਦਾਨ ਕਹਿ ਕੇ ਕਹਿੰਦਾ ਯਾਰ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ। ਉਹ ਤੇ ਭਲਿਓ ਇਹ ਜਿਹੜੇ ਓਵਰੀ ਤੇ ਟੈਸਟ ਨੇ ਇਹ ਆਂਦੇ ਨੇ ਤੇ ਜੇ ਅਸੀਂ ਜੀਵਨ ਹੀ ਨਹੀਂ ਬਣਾਇਆ ਕਿ ਤੇ ਤੁਸੀਂ ਕੀ ਕਰੋਗੇ ਫਿਰ? ਅਸੀਂ ਤੇ ਜੀਵਨ ਬਣਾਉਣਾ ਹੈਗਾ। ਸੋ ਇਹ ਜੀਵਨ ਬਣਾਉਣ ਵਾਲੇ ਇਹ ਉਹ ਅੰਗ ਨੇ ਓਵਰੀ। ਆਮ ਤੌਰ ਤੇ ਈਸਟ੍ਰੋਜਨ, ਪ੍ਰੋਜੈਸਟਰੋਨ, ਪ੍ਰੋਲੂਟੋਨ, ਇਹ ਸਾਰੇ ਹਾਰਮੋਨਸ ਪੈਦਾ ਕਰਨ ਦਾ ਕੰਮ ਜਿਹੜਾ ਆ ਉਹ ਓਵਰੀ ਦਾ ਹੈਗਾ ਆ। ਔਰ ਅੰਡਰ ਇਨਫਲੂਐਂਸ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਪਤਾ ਨਹੀਂ ਸ਼ਾਇਦ ਆਪਣੇ ਰੇਡੀਓ ਤੇ ਗੱਲਾਂ ਹੋਈਆਂ ਨੇ ਜਾਂ ਕਿਸੇ ਹੋਰ ਰੇਡੀਓ ਤੇ ਹੋ ਗਈਆਂ ਹੋਣਗੀਆਂ, ਨਹੀਂ ਹੋਇਆ ਤੇ ਆਪਾਂ ਦੁਬਾਰਾ ਕਰ ਦਿਆਂਗੇ ਕਿ ਜਦੋਂ ਜੀਵਨ ਦੀ ਸ਼ੁਰੂਆਤ ਹੋਈ ਸੀ ਤੇ ਉੱਥੇ ਅਸੀਂ ਮਾਨਸਿਕ ਜਿਹੜੀ ਆ ਮੈਂਸਿਸ ਦੀ ਗੱਲ ਕੀਤੀ ਸੀ, ਮਾਸਿਕ ਧਰਮ ਦੀ ਗੱਲ ਕੀਤੀ ਸੀ। ਤਾਂ ਮਾਸਿਕ ਧਰਮ ਜਿਹੜਾ ਆ ਉਹ ਪੈਦਾ ਕਰਨਾ ਇਸ ਕੱਲੀ ਓਵਰੀ ਦਾ ਕੰਮ ਨਹੀਂ ਹੈ। ਓਵਰੀ ਨੂੰ ਸਟਿਮੂਲੇਟ ਕਰਨ ਵਾਲੇ ਕੁਝ ਹੋਰ ਹਾਰਮੋਨ ਨੇ, ਪਰ ਅਗਲਾ ਕੰਮ ਇਹ ਨਹੀਂ ਕਰਨਾ ਆ। ਕੰਮ ਇਹ ਨਹੀਂ ਕਰਨਾ ਹੈ। ਸਿਫਾਰਿਸ਼ ਭਾਵੇਂ ਮੁੱਖ ਮੰਤਰੀ ਕਰਦੇ, ਪਟਵਾਰੀ ਨਹੀਂ ਤੁਹਾਨੂੰ ਜਮਾਬੰਦੀ ਦੇਣੀ ਹੈ। ਅਖੀਰ ਤੇ ਆ ਕੇ ਇਹ ਕੰਮ ਇਹਦੇ ਤੇ ਮੁੱਕਦਾ ਹੈ। ਤੇ ਅਸੀਂ ਇਹ ਗੱਲ ਕਰੀ ਸੀ ਵੀ ਜਦੋਂ ਇੱਕ ਔਰਤ ਨੂੰ ਮੈਂਸਸ ਆਉਣੇ ਸ਼ੁਰੂ ਹੁੰਦੇ ਆ ਉਸ ਵੇਲੇ ਸਭ ਤੋਂ ਪਹਿਲਾਂ ਸਰੀਰ ਦੇ ਵਿੱਚ ਇੱਕ LH ਹਾਰਮੋਨ ਲੂਟੀ ਪਿਚੋਟਰੀ ਦੀ ਗੱਲ ਹੈ। ਪਿਚੋਟਰੀ ਦੀ ਜਦੋਂ ਮੈਂ ਗੱਲ ਕਰੂੰਗਾ ਸਾਰੇ ਹਾਰਮੋਨ ਗਿਣਾਵਾਂਗਾ। ਇਹ ਜਿਹੜਾ ਹਾਰਮੋਨ ਆ LH ਹਾਰਮੋਨ ਅਸੀਂ ਕਹਿੰਦੇ ਆ ਲੂਟੀਨਾਈਜ਼ਿੰਗ ਹਾਰਮੋਨ, ਪਨੀਰੀ ਬੀਜਣੀ ਜਿਹਨੂੰ ਪੰਜਾਬੀ 'ਚ ਕਹਿ ਲਓ, ਪਨੀਰੀ ਬੀਜਣੀ। ਮੈਂ ਇਹੋ ਜਿਹੀਆਂ ਗੱਲਾਂ ਕੱਢ ਕੇ ਲਿਆਉਣਾ ਤਾਂ ਕਿ ਤੁਹਾਨੂੰ ਯਾਦ ਰਹਿ ਜਾਵੇ। ਹਾਂ, ਸੋ ਪਨੀਰੀ ਬੀਜਣ ਵਾਲਾ ਜਿਹੜਾ ਕੰਮ ਆ ਉਹ ਲਿਊਟੀਨਾਈਜ਼ਿੰਗ ਹਾਰਮੋਨ ਕਰਦਾ ਵੀ ਭਾਈ ਇਹ ਖੇਤ ਨੂੰ ਹੁਣ ਵਾਹ ਦਿਓ, ਇਹਦੇ ਵਿੱਚੋਂ ਪਹਿਲਾਂ ਖੂਨ ਨਿਕਲ ਗਿਆ ਆ ਤੇ ਜਿਹੜਾ ਅੰਦਰ ਛਿੱਲਿਆ ਗਿਆ ਮਾਸ ਇੱਧਰ ਉੱਧਰ ਕੁਛ ਹੋ ਗਿਆ ਆ ਉਸ ਨੂੰ ਫਿਰ ਬਰਾਬਰ ਪੱਧਰ ਕਰ ਦਿਓ ਤੇ ਇਹਦੇ ਤੇ ਪਨੀਰੀ ਬੀਜ ਦਿਓ। ਉਸ ਤੋਂ ਬਾਅਦ ਜਦੋਂ ਉਹਦਾ ਇੱਕ ਲੈਵਲ ਆ ਜਾਂਦਾ ਵੀ ਨਹੀਂ ਹੁਣ ਤਾਂ ਇਹ ਧਰਤੀ ਤਿਆਰ ਹੋ ਗਈ ਤੇ ਪਨੀਰੀ ਦਾ ਬੀਜ ਅਸੀਂ ਪਾ ਦਿੱਤਾ, ਹੁਣ ਇਸ ਨੂੰ ਵਧਾਉਣਾ ਆ। ਉਹ ਜਿਹੜੀ ਪਨੀਰੀ ਬੀਜੀ ਆ ਉਸ ਨੂੰ ਵਧਾਉਣਾ ਹੈ ਤੇ ਪੁੱਟ ਕੇ ਤੇ ਜਾਂ ਝੋਨਾ ਲਾਉਣਾ ਜਾਂ ਕੁਝ ਹੋਸ਼ ਕਰਨਾ ਆ। ਉਹਦੇ ਵਾਸਤੇ ਇੱਕ ਹਾਰਮੋਨ ਆ ਜਾਂਦਾ, ਉਹਦਾ ਨਾਂ ਹੈ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ। ਉਹ ਜਿਹੜੇ ਫੋਲੀਕੂਲਸ, ਉਹ ਜਿਹੜੀ ਪਨੀਰੀ ਵੀ ਬੀਜੀ ਆ ਤੁਸੀਂ ਉਹਨੂੰ ਉਗਾਉਣ ਦਾ ਕੰਮ, ਉਹਨੂੰ ਉਗਾਉਣ ਦਾ ਕੰਮ ਜਿਹੜਾ ਆ ਉਹ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਦਾ ਹੈਗਾ। ਹੁਣ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ LH ਹਾਰਮੋਨ ਤੋਂ ਬਾਅਦ ਆ ਗਿਆ। ਉਸ ਤੋਂ ਬਾਅਦ ਉਹਨੇ ਆਪਣਾ ਕੰਮ ਕੀਤਾ ਤੇ ਪਨੀਰੀ ਹੁਣ ਪੂਰੀ ਤਰ੍ਹਾਂ ਤਿਆਰ ਹੋ ਗਈ ਉਹਦੇ ਅਸਰ ਥੱਲੇ, ਭਈ ਹੁਣ ਇਹ ਪਨੀਰੀ ਝੋਨਾ ਲਾਉਣ ਵਾਲੀ ਹੋ ਗਈ ਆ। ਉਦੋਂ ਉਹਦੇ ਵਿੱਚੋਂ ਓਵਰੀ ਦੇ ਵਿੱਚ ਉਦੋਂ ਇਹ ਪੱਕ ਕੇ ਪਨੀਰੀ ਜਦੋਂ ਬਾਹਰ ਨਿਕਲਦੀ ਉਹਦੇ ਵਿੱਚੋਂ ਇੱਕ ਤੰਦ ਨਿਕਲਦੀ ਆ, ਇੱਕ ਕਣ ਨਿਕਲਦਾ ਹੈ। ਬਹੁਤੀ ਸਾਰੀ ਪਨੀਰੀ ਹੁੰਦੀ ਹੈ ਪਰ ਸਾਰੀ ਦੇ ਵਿੱਚੋਂ ਇੱਕ ਤੰਦ, ਇੱਕ ਕਣ ਨਿਕਲਦਾ ਜਿਹਨੂੰ ਅਸੀਂ ਇੱਕ ਓਵਮ ਕਹਿੰਦੇ ਆ। ਔਰ ਉਹ ਇੱਕ ਓਵਮ ਜਿਹੜਾ ਆ ਓਵਰੀ ਵਿੱਚੋਂ ਬਾਹਰ ਨਿਕਲ ਕੇ ਤੇ ਆਪਦਾ ਅੱਗੇ ਸਫ਼ਰ ਕਰਦਾ ਸ਼ੁਰੂ ਕਰਦਾ ਆ ਵੀ ਮੈਂ ਹੁਣ ਕਿੱਥੇ ਜਾ ਕੇ ਬੀਜਿਆ ਜਾਣਾ ਆ ਤੇ ਜਿੱਥੇ ਅੱਗੇ ਜੀਵਨ ਸ਼ੁਰੂ ਕਰਨਾ ਆ। ਉਹ ਜਿਹੜਾ ਇੱਕ ਦੰਦ ਨਿਕਲਿਆ ਤੇ ਉਹਦੇ ਪਿੱਛੇ ਜਿਹੜੀ ਬਾਕੀ ਥਾਂ ਬਚ ਗਈ ਆ ਉਹਨੂੰ ਅਸੀਂ ਕਹਿੰਦੇ ਆ ਕਾਰਪਸ ਲੂਟੀਅਮ, ਖਾਲੀ ਘਰ। ਪਨੀਰੀ ਦਾ ਪੁੱਟ ਲਈ ਖਾਲੀ ਘਰ ਰਹਿ ਗਿਆ ਹੈਗਾ। ਇਹਦੇ ਖਾਲੀ ਘਰ ਦੇ ਵਿੱਚ ਫਿਰ ਇੱਕ ਜਿਵੇਂ ਕੁੜੀ ਨੂੰ ਆਪਾਂ ਵਿਆਹ ਦਿੰਦੇ ਆ ਨਾ ਤੇ ਪਿੱਛੋਂ ਦਾਜ ਭੇਜਦੇ ਆ ਅਸੀਂ ਤੇ ਉਹਦੇ ਪਿੱਛੋਂ ਵੀ ਕੁਛ ਨਾ ਕੁਛ ਦਿੰਦੇ ਰਹਿੰਦੇ ਆ ਭਈ ਇਹਦਾ ਵਸੇਬਾ ਉੱਥੇ ਚੰਗਾ ਹੋ ਜਾਵੇ। ਇਹ ਜਿਹੜਾ ਕਾਰਪਸ ਲੂਟੀਅਮ ਹੈ
ਇਹਦੇ ਵਿੱਚੋਂ ਇੱਕ ਹਾਰਮੋਨ ਨਿਕਲਣਾ ਸ਼ੁਰੂ ਹੁੰਦਾ ਹੈ ਤੇ ਖੂਨ 'ਚ ਰਲਦਾ ਹੈ, ਜਿਹਦਾ ਕੰਮ ਇਹ ਆ ਵੀ ਇਹ ਧੀ ਜੇ ਅੱਗੇ ਜਾਵੇ ਕਿਸੇ ਘਰ ਦੇ ਵਿੱਚ ਤੇ ਉੱਥੇ ਅੱਗੇ ਉਹਨਾਂ ਦਾ ਜੀਵਨ ਚਲਾਵੇ, ਜੀਵਨ ਤੋਂ ਜੀਵਨ ਪੈਦਾ ਕਰਨ ਦੇ ਕਾਬਲ ਹੋਵੇ, ਇਹਦਾ ਵਸੇਬਾ ਹੋ ਜਾਵੇ ਉੱਥੇ। ਉਹਦਾ ਨਾਂ ਹੈ ਪ੍ਰੋਲੂਟੋਨ। ਉਹ ਪ੍ਰੋਲੂਟੋਨ ਹਾਰਮੋਨ ਜਿਹੜਾ ਆ ਉਹ ਇਸ ਓਵਰੀ ਦਾ ਕੰਮ ਆ ਪੈਦਾ ਕਰਨਾ। ਪ੍ਰੋਲੂਟੋਨ ਦੀ ਇੱਕ ਲਿਮਟ ਪਹੁੰਚਦੀ ਹੈ ਕਿ ਹੁਣ ਪੂਰੀ ਸੈਚੂਰੇਸ਼ਨ ਹੋ ਗਈ, ਬਸ ਵੀ ਇੰਨਾ ਬਹੁਤ ਇਦਾਜ ਭਾਈ ਇੰਨਾ ਕੁ ਦੇ ਸਕਦੇ ਹਾਂ, ਇੰਨੀ ਕੀ ਸਮਰੱਥਾ ਹੈਗੀ ਸਾਡੀ। ਹਾਂਜੀ, ਤੁਸੀਂ ਉਹਨਾਂ ਕੁ ਦੇ ਦਿੱਤਾ ਤੇ ਉਸ ਤੋਂ ਬਾਅਦ ਇੱਕ ਹੋਰ ਹਾਰਮੋਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹਦਾ ਨਾਂ ਹੈ ਪ੍ਰੋਜੈਸਟਰੋਨ। ਪ੍ਰੋਜੈਸਟਰੋਨ ਇਸ ਤਰ੍ਹਾਂ ਆ ਵੀ ਧੀ ਕਿਸੇ ਦੇ ਘਰੇ ਵਿਆਹੀ ਗਈ, ਉੱਥੇ ਉਹਨੇ ਅੱਗੇ ਬਾਲ ਬੱਚੇ ਜੰਮਣ ਵਾਸਤੇ ਤਿਆਰੀ ਕਰ ਲਈ ਤੇ ਉਸ ਘਰ ਦੇ ਵਿੱਚ ਪੱਕੀ ਹੋ ਗਈ, ਉਹਦੀਆਂ ਜੜ੍ਹਾਂ ਲੱਗ ਗਈਆਂ। ਅਸੀਂ ਆਮ ਤੌਰ ਤੇ ਇਹੀ ਕਹਿੰਦੇ ਆ ਵੀ ਜਿਸ ਧੀ ਨੇ ਅਗਲੇ ਘਰ ਜਾ ਕੇ ਬੱਚੇ ਜੰਮਦੇ, ਲੜਕਾ ਪਏ ਤਾਂ ਖਾਸ ਤੌਰ ਤੇ ਅਸੀਂ ਲੜਕੇ ਨੂੰ ਸਮਝਦੇ ਆ, ਪਰ ਲੜਕੀ ਵੀ ਓਨੀ ਜ਼ਰੂਰੀ ਹੈ ਕਿ ਜਦੋਂ ਉਹਨੇ ਬੱਚਾ ਜੰਮਿਆ ਸਮਝੋ ਇਸ ਘਰ ਦੀ ਉਹ ਮਾਲਕ ਉਦਣ ਬਣਦੀ ਹੈ। ਉਹ ਵਿਚਾਰੀ ਨਾ ਪੇਕਿਆਂ ਦੀ ਤੇ ਨਾ ਸਹੁਰਿਆਂ ਦੀ, ਉਹਦਾ ਘਰ ਹੀ ਨਹੀਂ ਕੋਈ ਹੁੰਦਾ ਔਰਤ ਦਾ ਕਹਿੰਦੇ ਨੇ, ਪਰ ਹੈ ਸਾਰਿਆਂ ਦੀ ਮਾਲਕ ਉਹ। ਕਿ ਉਹ ਇੱਥੇ ਆ ਕੇ ਜਦੋਂ ਇਸ ਸਥਿਤੀ 'ਚ ਪਹੁੰਚਦੀ ਹੈ, ਇਹ ਪ੍ਰੋਜੈਸਟਰੋਨ ਦੇ ਕਰਕੇ ਆ, ਪ੍ਰੋਜੈਸਟਰੋਨ ਦੇ ਕਰਕੇ ਹੈ। ਔਰ ਉਸ ਵੇਲੇ ਉਹ ਇਸ ਸਥਿਤੀ ਵਿੱਚ ਆ ਗਈ ਕਿ ਮੈਂ ਹੁਣ ਕਾਮਯਾਬ ਮਾਂ ਬਣ ਗਈ, ਮੈਂ ਹੁਣ ਮਾਲਕ ਹਾਂ ਇਸ ਘਰ ਦੀ। ਔਰ ਉਸ ਤੋਂ ਬਾਅਦ ਮੰਨ ਲਿਆ ਜਾਏ ਮਾਂ ਨਹੀਂ ਬਣੀ, ਉਹ ਮਾਂ ਨਹੀਂ ਬਣੀ, ਕਿਸੇ ਤਰ੍ਹਾਂ ਕੋਈ ਹਾਲਾਤ ਐਸੇ ਹੋ ਗਏ ਤੇ ਫਿਰ ਉਹਨੇ ਆਖਿਆ ਵੀ ਇਹ ਜਿਹੜਾ ਓਵਮ ਆਇਆ ਸੀ, ਓਵਰੀ ਦੇ ਵਿੱਚੋਂ ਪਨੀਰੀ ਆਈ ਸੀ, ਇਹਨੂੰ ਹੁਣ ਬਾਹਰ ਕੱਢ ਦੇਵੇ ਤਾਂ ਵੇਸਟ ਹੋ ਗਈ, ਇਹਦਾ ਕੋਈ ਫਾਇਦਾ ਨਹੀਂ ਹੋਇਆ, ਇਹਨੂੰ ਸਹੁਰਿਆਂ ਨੇ ਸਹਿਯੋਗ ਨਹੀਂ ਕੀਤਾ ਤੇ ਅਲਟੀਮੇਟ ਉਹ ਬਾਹਰ ਸਾਰਾ ਕੱਢਣਾ ਹੈ। ਤੇ ਬਾਹਰ ਕੱਢਣ ਵਾਸਤੇ ਇੱਕ ਹੋਰ ਹਾਰਮੋਨ ਪੈਦਾ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਈਸਟ੍ਰੋਜਨ। ਈਸਟ੍ਰੋਜਨ ਨੇ ਉਹ ਸਾਰੀ ਚੀਜ਼ ਨੂੰ ਅੰਦਰੋਂ ਘੋਲ ਕੇ ਸਾਰਾ ਕੁਝ ਕਰਕੇ ਤੇ ਉਹਦਾ ਬਾਹਰ ਕੱਢ ਦੇਣਾ। ਔਰ ਇਹ ਸਾਰੇ ਨੂੰ ਬਾਹਰ ਕੱਢਣ ਦੇ ਨਾਲ ਅੰਦਰੋਂ ਫਿਰ ਸਫਾਈ ਹੋ ਜਾਣੀ ਹੈ ਤੇ ਜਦੋਂ ਇਹ ਅੰਦਰੋਂ ਸਫਾਈ ਹੋ ਗਈ ਉਦੋਂ ਫਿਰ ਬ੍ਰੇਨ ਦੇ ਵਿੱਚ LH ਹਾਰਮੋਨ ਦਾ ਸਾਈਕਲ ਆ ਗਿਆ। ਸੋ ਇਹ ਇੱਕ ਸਿਸਟਮ ਹੈ ਜਿਹੜਾ ਇਸ ਓਵਰੀ ਨੇ ਕਰਨਾ ਹੈ ਸਾਡੇ ਸਰੀਰ ਦੇ ਵਿੱਚ। ਹੁਣ ਰਹਿ ਗਿਆ ਟੈਸਟਸ ਦਾ, ਤੇ ਮੈਨੂੰ ਇਹ ਦੱਸ ਦਿਓ ਵੀ ਮੈਂ ਅਜੇ ਹੋਰ 2 ਮਿੰਟ ਲਾਵਾਂ ਕਿ ਓਕੇ ਚਲੋ ਠੀਕ ਆ। ਟੈਸਟਸ ਜਿਹੜਾ ਆ ਇਹ ਵੀ ਇੱਕ ਤਰ੍ਹਾਂ ਦੀ ਫੈਕਟਰੀ ਹੈ ਓਵਰੀ ਵਰਗੀ। ਅਸੀਂ ਇਹ ਓਵਰੀ ਦੇ ਵਿੱਚ ਇਹ ਕਿਹਾ ਸੀ ਵੀ ਪਨੀਰੀ ਉੱਗਦੀ ਹੈ ਤੇ ਬਹੁਤ ਜ਼ਿਆਦਾ ਪਨੀਰੀ ਉੱਗਦੀ ਹੈ, ਕਾਮਯਾਬੀ ਇੱਕ ਨੂੰ ਮਿਲਦੀ ਹੈ, ਇੱਕ ਬਾਹਰ ਨਿਕਲਦਾ ਆ। ਉਹੀ ਹਾਲਾਤ ਬੰਦੇ ਦੇ ਟੈਸਟਸ ਦੇ ਵਿੱਚ ਹੁੰਦਾ ਆ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹਦੇ ਵਿੱਚ oocytes ਬਣਦੇ ਆ, ਸਪਰਮਾਟੋਜੋਆਸ ਬਣਦੇ ਆ। ਔਰ ਉਹ ਕੱਚੇ ਸਪਰਮ ਬਣ ਕੇ ਜਦ ਤੱਕ ਬੱਚਾ ਅਜੇ 10-11 ਸਾਲ ਦਾ ਹੁੰਦਾ ਆ, ਉਹ ਬਣ ਕੇ ਤੇ ਤਹਿਆਂ ਲਾ ਕੇ ਉਹਦੇ ਵਿੱਚ ਖਾਨੇ ਜਿਵੇਂ ਬਣੇ ਹੁੰਦੇ ਨੇ, ਅਸੀਂ ਕੱਪੜੇ ਧੋ ਕੇ ਪ੍ਰੈਸ ਕਰਕੇ ਤੇ ਅਲਮਾਰੀ ਦੇ ਵਿੱਚ ਖਾਨਿਆਂ 'ਚ ਲਾ ਦਿੰਦੇ ਆ। ਔਰ ਉਹ ਖਾਨਿਆਂ 'ਚ ਲਾ ਕੇ ਇਸ ਤਰ੍ਹਾਂ ਪਏ ਹੁੰਦੇ ਨੇ ਜਿਵੇਂ ਕੱਚੇ ਪਕੌੜੇ ਕੱਢ ਕੇ ਕਿਸੇ ਨੇ ਰੱਖ ਦਿੱਤੇ ਨੇ, ਤੇ ਜਦੋਂ ਗਾਹਕ ਆਊਗਾ ਉਹਨੂੰ ਫਿਰ ਤਲ ਕੇ ਤੇ ਉਸੇ ਵੇਲੇ ਗਰਮ ਕਰਕੇ ਦੇਵਾਂਗੇ। ਇਸ ਤਰ੍ਹਾਂ ਦੇ ਤੈਅ ਕਰਕੇ ਸਾਡੇ ਇਸ ਟੈਸਟਸ ਦੇ ਵਿੱਚ ਇਹ ਸਪਰਮਾਟੋਜੋਆਸ ਰੱਖੇ ਹੁੰਦੇ ਆ। ਔਰ ਜਦੋਂ ਉਹ ਜਿਵੇਂ ਜਿਵੇਂ ਜਵਾਨੀ ਚੜ੍ਹਦਾ ਹੈ ਤੇ ਉਹ ਫਰਟਾਈਲ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਮੈਚੁਰ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਓਵਮ ਹੋਇਆ ਸੀਗਾ, ਜਿਵੇਂ ਓਵਮ ਹੋਇਆ ਸੀਗਾ ਉਵੇਂ ਇਹਨਾਂ ਨੇ ਹੋਣਾ ਆ। ਤੇ ਅਲਟੀਮੇਟ ਇਹ ਇਸ ਟੈਸਟਿਸ ਚੋਂ ਜਦੋਂ ਬਾਹਰ ਨਿਕਲਦੇ ਆ ਤੇ ਇੱਕ ਟਿਊਬ ਹੈ, ਉਹਨੂੰ ਕਹਿੰਦੇ ਅਸੀਂ ਵਾਸ ਡਿਫਰੈਂਸ। ਔਰ ਉਹ ਵਾਸ ਡਿਫਰੈਂਸ ਦਾ ਆਪਾਂ ਸਾਰੀ ਡਿਟੇਲ ਅੱਗੇ ਦੱਸ ਚੁੱਕੇ ਹਾਂ, ਮੈਂ ਇਹਦੇ 'ਚ ਨਾ ਜਾਵਾਂ, ਬਹੁਤੇ ਮਿੰਟ ਲੱਗ ਰਹੇ ਨੇ। ਸੋ ਉਹ ਵਾਸ ਡਿਫਰੈਂਸ ਦੇ ਰਾਹੀਂ ਉਹ ਫਿਰ ਅੱਗੇ ਸਾਰਾ ਕੁਝ ਪਹੁੰਚ ਜਾਂਦਾ ਪ੍ਰੋਸਟੇਟ ਦੇ ਵਿੱਚ। ਪ੍ਰੋਸਟੇਟ ਤੋਂ ਰਾਹੀਂ ਇਹ ਯੂਰੇਥਰਾ ਦੇ ਵਿੱਚ ਪਹੁੰਚ ਕੇ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਟੈਸਟੋਸਟੈਰੋਨ ਹਾਰਮੋਨ ਦੀ ਹੈ। ਟੈਸਟਿਸ ਦੇ ਵਿੱਚ ਪੈਦਾ ਹੁੰਦਾ ਹਾਰਮੋਨ ਟੈਸਟੋਸਟੈਰੋਨ। ਟੈਸਟੋਸਟੈਰੋਨ ਦੀ ਕੰਮ ਇਹ ਆ ਕਿ ਤੂੰ, ਹਾਲਾਂਕਿ ਇਹ ਟੈਸਟੋਸਟੈਰੋਨ ਜਾਂ ਜਿਹੜਾ ਓਵਰੀ ਦਾ ਸੀ ਹਾਰਮੋਨ ਕਿਹਾ ਹੈਗਾ, ਇਹ ਸਾਰੇ ਦੇ ਸਾਰੇ ਹਾਰਮੋਨ ਦੀ ਪ੍ਰੋਡਕਸ਼ਨ ਸਾਡੀ ਗੋਨਾਡੋਟ੍ਰੋਫਨ ਹਾਰਮੋਨ ਦੇ ਅੰਡਰ ਹੁੰਦੀ ਹੈ, ਜਿਹੜੇ ਕਾ ਥਾਇਰਾਇਡ ਦੀ ਪ੍ਰੋਡਕਸ਼ਨ ਹੈ। ਯਾਨੀ ਥਾਇਰਾਇਡ ਇੱਕ ਤਰ੍ਹਾਂ ਦਾ ਗਵਰਨਰ ਮੈਂ ਕਿਹਾ ਹੈ ਵੀ ਗਵਰਨਰ ਹੈ, ਬਾਕੀ ਸਾਰੇ ਅੰਗਾਂ ਨੂੰ, ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਆ। ਇੱਥੇ ਆ ਕੇ ਵੀ ਇਸ ਗੋਨਾਡੋਟ੍ਰੋਫਨ ਹਾਰਮੋਨਸ ਦਾ ਗਰੁੱਪ ਆਫ ਹਾਰਮੋਨਸ ਨੂੰ ਕਹਿ ਸਕਦੇ ਅਸੀਂ। ਗਰੁੱਪ ਆਫ ਹਾਰਮੋਨਸ ਹੈ ਜਿਹਦੇ ਵਿੱਚੋਂ ਟੈਸਟੋਸਟੈਰੋਨ ਹਾਰਮੋਨ ਨੂੰ ਵੀ ਉਹ ਸਟਿਮੂਲੇਟ ਕਰਦਾ ਹੈ ਤੇ ਟੈਸਟੋਸਟੈਰੋਨ ਹਾਰਮੋਨ ਇਸ ਫੈਕਟਰੀ ਦੇ ਵਿੱਚ ਸਪਰਮ ਬਣਾਉਣ ਦੀ ਕੋਸ਼ਿਸ਼ ਕਰਦਾ ਆ। ਔਰ ਸਪਰਮ ਬਣਾ ਕੇ ਜਦੋਂ ਮੈਚੁਰ ਹੋ ਜਾਂਦੇ ਨੇ ਫੈਕਟਰੀ ਵਿੱਚੋਂ ਮਾਲ ਕੱਢਦਾ ਆ।
ਉਸ ਲਾਈਨ ਦਾ ਟਰੈਕ ਦਾ ਨਾਂ ਹੈ ਵਾਸਟ ਡਿਫਰੈਂਸ। ਇੱਥੋਂ ਫਿਰ ਉਹ ਪਹੁੰਚ ਜਾਂਦੇ ਨੇ ਪ੍ਰੋਸਟੇਟ ਦੇ ਵਿੱਚ, ਔਰ ਪ੍ਰੋਸਟੇਟ ਤੋਂ ਬਾਹਰ ਨਿਕਲ ਕੇ ਜਦੋਂ ਅੱਗੇ ਦਾ ਉਹ ਸਫ਼ਰ ਕਰਦੇ ਨੇ, ਇਹ ਵੀ ਲੱਖਾਂ 'ਚ ਪੈਦਾ ਹੁੰਦੇ ਨੇ। ਇੱਕ ਵੇਰਾਂ ਦੇ ਐਜੈਕੂਲੇਸ਼ਨ ਦੇ ਵਿੱਚ 180 ਤੋਂ ਲੈ ਕੇ 120 150 ਮਿਲੀਅਨ ਤੱਕ ਸਪਰਮ ਜਿਹੜੇ ਨੇ ਇੱਕ ਵਾਰ ਨਿਕਲਦੇ ਆ। ਅਜੀਬ ਗੱਲ ਆ ਭਾਈ, ਇੰਨੇ ਕੁਦਰਤ ਨੂੰ ਪੈਦਾ ਕਰਨ ਦੀ ਕੀ ਲੋੜ ਹੈ ਜਦੋਂ ਇੱਕ ਸਪਰਮ ਹੀ ਇੱਕ ਓਵਮ ਨੂੰ ਫਰਟੀਲਾਈਜ਼ ਕਰਨ ਵਾਸਤੇ ਬੜਾ ਹੈਗਾ। ਕਾਮਯਾਬ ਇੱਕ ਨਹੀਂ ਹੋਣਾ ਆ, ਪਰ ਕਿਉਂ ਐਸਾ ਕਰਦਾ ਹੈਗਾ? ਉਹ ਇਸ ਕਰਕੇ ਕਰਦਾ ਹੈਗਾ ਆ ਕਿ ਇਹ ਵਿਚਾਰੇ ਐਲਕਲਾਈਨ ਮੀਡੀਆ ਦੇ ਵਿੱਚੋਂ ਆਏ ਨੇ। ਜਦੋਂ ਉਹ ਔਰਤ ਦੇ ਜਨਨ ਅੰਗਾਂ 'ਚ ਪਹੁੰਚਦੇ ਨੇ, ਉਹਦਾ ਮੀਡੀਆ ਐਸਿਡਿਕ ਹੁੰਦਾ ਆ, ਔਰ ਇਹ ਜਦੋਂ ਉੱਥੇ ਜਾਂਦੇ ਨੇ ਐਸਿਡਿਕ ਮੀਡੀਆ 'ਚ ਵਿਚਾਰੇ ਜਿਵੇਂ ਦੇਗ 'ਚ ਉਬਾਲੇ ਗਏ, ਉੱਥੇ ਬੜੇ ਮਰ ਜਾਂਦੇ ਆ। ਜਿਹੜੇ ਕਾਮਯਾਬ ਹੋ ਜਾਂਦੇ ਨੇ ਫਟਾਫਟ ਉਛਲ ਕੇ ਉੱਥੋਂ ਬਾਹਰ ਨਿਕਲ ਜਾਂਦੇ ਨੇ, ਹਾਂਜੀ, ਉਹ ਬੱਚੇਦਾਨੀ 'ਚ ਪਹੁੰਚ ਜਾਂਦੇ ਨੇ। ਤੇ ਉਹ ਬੱਚੇਦਾਨੀ 'ਚ ਪਹੁੰਚ ਕੇ ਤੇ ਫਿਰ ਅੱਗੇ ਫੈਲੋਪੀਅਨ ਟਿਊਬਸ 'ਚ ਪਹੁੰਚਦੇ ਨੇ। ਇਹ ਅਗਰ ਜ਼ਰੂਰਤ ਹੋਈ, ਜੇ ਆਪਣੇ ਪ੍ਰੋਗਰਾਮ ਨਹੀਂ ਹੋਇਆ ਤੇ ਮੈਂ ਇਹਨੂੰ ਫਿਰ ਡਿਟੇਲ ਵਿੱਚ ਕਰ ਦਿਆਂਗਾ ਕਿਸੇ ਵੇਲੇ ਸਮਾਂ ਕੱਢ ਕੇ, ਵੀ ਉਹ ਉੱਥੇ ਉਹ ਓਵਮ ਨੂੰ ਕਦੋਂ ਮਿਲਦਾ ਹੈ, ਕਿਹੜੀ ਥਾਂ ਤੇ ਮਿਲਦਾ ਆ, ਉਦੋਂ ਬਾਅਦ ਉਹਦਾ ਸਫ਼ਰ ਕਿਵੇਂ ਹੈਗਾ ਆ, ਬੱਚੇਦਾਨੀ 'ਚ ਉਹਨੇ ਕਿਵੇਂ ਆਗੇ ਲੱਗਣਾ ਹੈਗਾ। ਇਹ ਸਾਰੀ ਡਿਟੇਲ ਆਪਾਂ ਫਿਰ ਕਿਸੇ ਦਿਨ ਕਰ ਦਿਆਂਗੇ। ਸੋ ਜਿਹੜੇ ਇਹ ਸਾਡੇ ਹਾਰਮੋਨਸ ਹਨ, ਓਵਰੀ ਤੇ ਟੈਸਟਸ, ਇਹਦੀ ਡਿਸਕ੍ਰਿਪਸ਼ਨ ਆਪਾਂ ਅੱਜ ਦੇ ਦਿੱਤੀ। ਸੋ ਇਹ ਸਾਰੇ ਗਲੈਂਡ ਜਿਹੜੇ ਨੇ ਸਾਰੇ ਸਰੀਰ ਵਿੱਚ ਫੈਲੇ ਹੋਏ ਨੇ, ਔਰ ਅਲੱਗ-ਅਲੱਗ ਥਾਵਾਂ ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ। ਆਪਣਾ ਹਾਰਮੋਨ, ਇਹਨਾਂ ਦੇ ਜਿਹੜਾ ਸਿਕ੍ਰੀਸ਼ਨ ਹੈ, ਜਿਹੜੀ ਸਬਜ਼ੀ ਬਣਾਉਣੀ ਹੈ, ਉਹਦਾ ਨਾਂ ਹਾਰਮੋਨ ਹੈ, ਔਰ ਉਹਨਾਂ ਹਾਰਮੋਨ ਦੇ ਅਲੱਗ-ਅਲੱਗ ਫੰਕਸ਼ਨ ਹੈਗੇ ਨੇ। ਹੁਣ ਅੱਗੇ ਤੋਂ ਅਸੀਂ ਫਿਰ ਸ਼ੁਰੂ ਕਰਾਂਗੇ ਭਈ ਇੱਕ ਗਲੈਂਡ ਦੇ ਕਿਹੜੇ ਹਾਰਮੋਨ ਨੇ ਤੇ ਉਹਨਾਂ ਦਾ ਫੰਕਸ਼ਨ ਕੀ ਆ। ਇਹ ਮੋਟੀ ਡਿਸਕ੍ਰਿਪਸ਼ਨ ਸੀ। ਸਾਡਾ ਤੀਸਰਾ ਲੈਕਚਰ ਅੱਜ ਪੂਰਾ ਹੋ ਗਿਆ ਇੰਡੋਕਰਾਈਨ ਸਿਸਟਮ ਦਾ, ਜਿਹਦੇ ਵਿੱਚ ਅਸੀਂ ਇਹ ਦੱਸ ਦਿੱਤਾ ਵੀ ਆਹ ਗਲੈਂਡ ਨੇ, ਆਹ ਇਹਨਾਂ ਦਾ ਕੰਮ ਹੈਗਾ ਆ, ਮੋਟਾ ਕੰਮ ਹੋ ਗਿਆ। ਸੋ ਹੁਣ ਅਸੀਂ ਉਹਨਾਂ ਗਲੈਂਡ ਦੀ ਬਣਤਰ, ਇਹ ਉਹ ਸਾਰਾ ਕੁਝ ਜਿਹੜੀ ਹੈ ਉਹ ਕੱਲ ਤੋਂ ਉਹ ਦੱਸਣਾ ਸ਼ੁਰੂ ਕਰਾਂਗੇ। ਠੀਕ ਹੈ ਜੀ। ਸੋ ਮੈਂ ਅੱਜ ਦਾ ਸਮਾਂ ਆਪਣਾ ਸਮਾਪਤ, ਮੈਂ ਥੋੜਾ ਜਿਹਾ ਜ਼ਿਆਦਾ ਹੀ ਲੈ ਲਿਆ ਸਮਾਂ, ਮਾਫੀ ਚਾਹੁੰਦਾ। ਗੱਲਾਂ ਹੀ ਇੰਨੀਆਂ ਕਰਨ ਵਾਲੀਆਂ ਹੁੰਦੀਆਂ ਨੇ, ਮੁੱਕਦੀਆਂ ਨਹੀਂ ਜੀ। ਦਿਮਾਗ 'ਚ ਇੰਨਾ ਕੁਝ ਭਰਿਆ, ਸੋਚਦੇ ਆ ਵੀ ਆਹ ਵੀ ਦੱਸ ਹੀ ਦਿਆਂ, ਵੀ ਕਹਿ ਹੀ ਦਿਆਂ। ਅੱਛਾ, ਚਲੋ ਠੀਕ ਹੋ ਗਿਆ ਨਾ ਹੁਣ। ਸੋ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7021 ਵਿਲੇਜ ਪਾਰਕ ਵੇ, ਡਬਲਿਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਈਮੇਲ ਐਡਰੈਸ ਹੈ homeomedicine HOMEOMEDICINE@yahoo.com। ਕਿਸੇ ਵੀ ਵੇਲੇ ਤੁਸੀਂ ਈਮੇਲ ਕਰਕੇ ਜਾਂ ਫੋਨ ਕਰਕੇ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕਿਸੇ ਵੀ ਬਿਮਾਰੀ ਬਾਰੇ ਸਮਝਣਾ ਹੋ, ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਤੁਸੀਂ ਸਾਇੰਟੀਫਿਕ ਅਪਰੋਚ ਸਿਹਤ ਵਾਸਤੇ ਲੈਣੀ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ ਕਿਸੇ ਵੀ ਨੰਬਰ ਤੇ ਜਾਂ ਈਮੇਲ ਰਾਹੀਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਕੱਲ ਨੂੰ ਫਿਰ ਇਸੇ ਰੇਡੀਓ ਦੇ ਉੱਪਰ ਹੀ ਫਿਰ ਦੁਬਾਰਾ ਅਸੀਂ ਮਿਲਾਂਗੇ, ਇਸੇ ਟਾਈਮ 4:30 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ ਦੇ ਮੁਤਾਬਕ, ਔਰ 7:30 ਵਜੇ ਜਿਹੜਾ ਤੁਹਾਡਾ ਨਿਊਯਾਰਕ ਟਾਈਮ ਹੈ, ਈਸਟਰਨ ਸਟੈਂਡਰਡ ਟਾਈਮ ਹੈ। ਈਸਟਰਨ ਡਿਫਰੈਂਟ ਹੈ ਜਾਂ ਇਹੀ ਹੈ? ਈਸਟਰਨ ਹੈ, ਈਸਟਰਨ ਸਟੈਂਡਰਡ ਟਾਈਮ। ਸੋ ਇਹ ਅਸੀਂ ਕੱਲ ਨੂੰ ਫਿਰ ਇੱਥੇ ਮਿਲਾਂਗੇ। ਤੁਸੀਂ ਸਾਰੇ ਰੇਡੀਓ ਦੇ ਨਾਲ ਟਿਊਨ ਅਪ ਹੋ ਜਾਓ, ਰੇਡੀਓ ਪ੍ਰਵਾਜ਼ ਨੂੰ ਲਗਾਤਾਰ ਸੁਣਦੇ ਰਹੋ। ਹਰ ਤਰ੍ਹਾਂ ਦਾ ਪ੍ਰੋਗਰਾਮ ਉਹਦੇ 'ਤੇ ਆਉਂਦਾ ਹੈ, ਤੁਹਾਡਾ ਇੰਟਰਟੇਨਮੈਂਟ ਕਰਨ ਵਾਸਤੇ ਵੀ ਆਉਂਦਾ ਆ, ਤੁਹਾਡੀ ਜਾਣਕਾਰੀ ਵਾਸਤੇ ਵੀ ਆਉਂਦਾ ਆ। ਤੋ ਹਰ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਉੱਥੇ ਵੇਖਦੇ ਹੋ, ਅਤੇ ਉੱਥੇ ਹੀ ਸਿਹਤ ਵਿਗਿਆਨ ਦਾ ਪ੍ਰੋਗਰਾਮ ਜਿਹੜਾ ਹੈ ਇਹ ਵੀ ਤੁਹਾਡੇ ਵਾਸਤੇ ਲਗਾਤਾਰ ਲੜੀਵਾਰ ਪੇਸ਼ ਕੀਤਾ ਜਾ ਰਿਹਾ, ਤਾਂ ਕਿ ਤੁਸੀਂ ਬਾਡੀ ਬਾਰੇ ਜਾਣ ਸਕੋ, ਸਰੀਰ ਬਾਰੇ ਜਾਣ ਸਕੋ। ਅਤੇ ਜੇ ਪ੍ਰੀਜ਼ਰਵ ਕਰਕੇ ਰੱਖਣਾ, ਤੇ ਫਿਰ ਮੈਂ ਕਿਹਾ ਸੀਗਾ ਕਿ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਤੁਹਾਡੇ ਕੋਲ ਰੈਡੀ ਰੈਫਰੈਂਸ ਰਹੇ। ਇੱਕ ਕਵੀਸ਼ਰ ਨੂੰ, ਕਿਸੇ ਗਾਇਕ ਨੂੰ ਤੁਸੀਂ ਬਣਾਉਂਦੇ ਹੋ ਨਾ, ਤੇ ਲੱਖਾਂ ਰੁਪਈਏ ਤੁਸੀਂ ਦਿੰਦੇ ਹੋ ਉਹਨੂੰ, ਲੱਖਾਂ ਰੁਪਈਏ ਦਿੰਦੇ ਹੋ, ਪਰ ਜਿਹਦੀ ਇੱਕ ਕੈਸਟ ਖਰੀਦ ਲੈਂਦੇ ਹੋ ਨਾ, ਤੇ ਜਦੋਂ ਮਰਜ਼ੀ ਉਹਨੂੰ ਸੁਣੀ ਜਾਓ। ਇੱਥੇ ਤਾਂ ਮੈਂ, ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਆ, ਇਹਨੂੰ ਪ੍ਰੀਜ਼ਰਵ ਕਰਕੇ ਰੱਖ ਲਓ। ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਦਾ ਫੋਨ ਨੰਬਰ, ਈਮੇਲ
YouTube ਸਾਰਾ ਕੋਈ YouTube ਚੈਨਲ ਸਭ ਕੁਝ ਤੁਹਾਡੇ ਕੋਲ ਹੈ। ਆਪਣੇ ਇਲਾਜ ਲਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਪਰਖੇ ਹੋਏ ਡਾਕਟਰ ਸਾਹਿਬ ਦਾ ਜਿੰਨਾ ਨੌਲੇਜ ਆ, ਜਿੰਨਾ ਉਹਨਾਂ ਕੋਲ ਗਿਆਨ ਆ, ਉਹਦੇ ਮੁਤਾਬਕ ਉਹ ਆਪਣਾ ਦਵਾਈਆਂ ਵੀ ਤੁਹਾਨੂੰ ਭੇਜ ਸਕਦੇ, ਬਣਾ ਕੇ ਭੇਜ ਸਕਦੇ ਆ। ਤੁਸੀਂ ਖੁੱਲ ਕੇ ਕਾਲ ਕਰਕੇ ਉਹਨਾਂ ਨੂੰ ਆਪਣੀ ਪੂਰੀ ਸਿਚੁਏਸ਼ਨ ਦੱਸੋ। ਔਰ ਇਹ ਪਰਖੇ ਹੋਏ, ਮੇਰੇ ਆਪਣੇ ਪਰਖੇ ਹੋਏ ਆ। ਇਹ ਅਸੀਂ ਵੀ ਦਵਾਈ ਕੋਈ ਮੰਗਾਈ ਸੀ ਡਾਕਟਰ ਸਾਹਿਬ ਕੋਲੋਂ, ਤਾਂ ਵਾਕਿਆ ਹੀ ਉਹਦਾ ਬਹੁਤ ਵਧੀਆ ਰਿਜ਼ਲਟ ਹੈ। ਮੈਂ ਬੇਨਤੀ ਕਰੂੰਗਾ ਸਾਰੇ ਸਰੋਤਿਆਂ ਨੂੰ, ਜਿੰਨੇ ਵੀ ਅਮਰੀਕਾ ਜਾਂ ਇੰਡੀਆ ਵਿੱਚ ਵੀ ਤੁਸੀਂ ਸੁਣਦੇ ਹੋ, ਤਾਂ ਬਿਲਕੁਲ ਕਾਲ ਕਰਕੇ ਜੇ ਕਿਸੇ ਹਾਂਜੀ, ਆਲ ਓਵਰ ਵਰਲਡ ਦੀ ਮੈਡੀਸਿਨ ਅਸੀਂ ਮੇਲ ਕਰਦੇ ਹਾਂ ਤੇ ਆਉਂਦੇ ਜਿੱਥੇ ਵੀ ਤੁਹਾਨੂੰ ਕੋਈ ਲੋੜ ਹੋਵੇ, ਜਿੱਥੇ ਵੀ ਤੁਸੀਂ ਵਸਦੇ ਹੋ, ਚਾਹੇ ਯੂਰਪ ਚ ਹੋ, ਚਾਹੇ ਇੰਡੀਆ ਹੋ, ਚਾਹੇ ਕਿਤੇ ਵੀ ਹੈ, ਔਰ ਕਾਲ ਕਰਕੇ ਤੁਸੀਂ ਬਿਲਕੁਲ ਵਧੀਆ ਇਲਾਜ ਲਈ ਡਾਕਟਰ ਸਾਹਿਬ ਨੂੰ ਕਾਲ ਕਰਕੇ ਇਹਨਾਂ ਕੋਲੋਂ ਦਵਾਈਆਂ ਵੀ ਮੰਗਾ ਸਕਦੇ ਹੋ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਜੀ, ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।